हाँ जी दोस्तों, हुण हैगा क्लास 10वीं वालिਆਂ ਦਾ ਸਰੀਰਕ ਸਿੱਖਿਆ ਦਾ ਪੇਪਰ ਯਾਨੀ ਕਿ ਫਿਜ਼ੀਕਲ ਐਜੂਕੇਸ਼ਨ ਦਾ। ਤਾਂ ਦੋਸਤੋ ਇਸ ਵੀਡੀਓ ਦੇ ਵਿੱਚ ਇਹ ਅਸੀਂ ਪੇਪਰ ਪੂਰਾ ਸੋਲਵ ਕਰ ਲਿਆ ਵਾ ਤੇ ਤੁਹਾਡੀ ਤਿਆਰੀ ਕਰਾਵਾਂਗੇ। ਤਾਂ ਦੋਸਤੋ ਇੱਕ ਤੁਹਾਨੂੰ ਗੱਲ ਦੱਸ ਦੇਣਾ ਚਾਹੁੰਦਾ ਕਿ ਆਹ ਜਿਹੜਾ ਪੇਪਰ ਆ, ਠੀਕ ਹੈ, ਤਾਂ ਦੋਸਤੋ ਪਹਿਲਾ ਪੈਟਰਨ ਸੀਗਾ 20 ਨੰਬਰ ਦਾ ਪੇਪਰ ਆਉਂਦਾ ਹੁੰਦਾ ਸੀਗਾ ਤੁਹਾਨੂੰ, ਠੀਕ ਹੈ ਜੀ। ਤੇ 2-3 ਮਹੀਨੇ ਪਹਿਲਾਂ ਹੀ ਦੋਸਤੋ ਪੰਜਾਬ ਬੋਰਡ ਨੇ ਇੱਕ ਜਿਹੜੀ ਹੈਗੀ ਆ ਸਾਨੂੰ ਅਪਡੇਟ ਦਿੱਤੀ ਆ। ਉਹਦੇ ਵਿੱਚ ਉਹਨਾਂ ਨੇ ਸਾਨੂੰ ਇਹ ਕਹਿ ਦਿੱਤਾ ਵਾ ਕਿ ਜਿਹੜਾ ਪੇਪਰ ਆ, ਠੀਕ ਹੈ ਜੀ, ਉਹ 50 ਨੰਬਰ ਦਾ ਆਏਗਾ। ਬਟ ਦੋਸਤੋ ਪੰਜਾਬ ਬੋਰਡ ਨੇ ਕੋਈ ਵੀ ਜਿਹੜਾ ਹੈਗਾ ਸੈਂਪਲ ਪੇਪਰ ਜਾਂ ਫਿਰ ਮਾਡਲ ਟੈਸਟ ਪੇਪਰ ਜਾਰੀ ਨਹੀਂ ਕੀਤਾ, ਠੀਕ ਹੈ ਜੀ। ਸਿਰਫ ਆਹ ਜਿਹੜਾ ਹੈਗਾ ਵਾ ਪਿਛਲੇ ਸਾਲ ਦਾ ਜਿਹੜਾ ਹੈਗਾ 2021-22 ਦਾ ਸ਼ਾਇਦ ਇਹ ਮੈਨੂੰ ਲੱਗਦਾ ਹੈਗਾ ਵਾ, ਠੀਕ ਹੈ ਜੀ, 2021-22 ਦਾ ਇਹ ਪੇਪਰ ਆ। ਤਾਂ ਦੋਸਤੋ ਇਸ ਵਾਰ ਕਿਉਂਕਿ ਚੇਂਜ ਹੋ ਗਿਆ ਸੀਗਾ ਪੈਟਰਨ, 50 ਨੰਬਰ ਦਾ ਉਹਨਾਂ ਨੇ ਕਰਤਾ। ਹਜੇ ਤੱਕ ਉਹਨਾਂ ਨੇ ਕੋਈ ਸੈਂਪਲ ਪੇਪਰ ਜਾਂ ਫਿਰ ਮਾਡਲ ਟੈਸਟ ਪੇਪਰ ਜਾਰੀ ਨਹੀਂ ਕੀਤਾ, ਤਾਂ ਅਸੀਂ ਇਹ ਪੁਰਾਣਾ ਵਾਲਾ ਹੀ ਸੋਲਵ ਕਰ ਲਿਆ ਵਾ ਤੇ ਤੁਹਾਡੀ ਤਿਆਰੀ ਕਰਾ ਦਾਂਗੇ, ਠੀਕ ਹੈ ਜੀ। ਤੇ ਇੱਕ ਹੋਰ ਦੂਸਰਾ ਵੀ ਇੱਕ ਪੇਪਰ ਆ, ਆਹ ਪ੍ਰੀ ਬੋਰਡ ਹੈ, ਜਿਵੇਂ ਤੁਸੀਂ ਦੇਖ ਸਕਦੇ ਹੋ, ਸਿਹਤ ਅਤੇ ਸਰੀਰਕ ਸਿੱਖਿਆ ਪ੍ਰੀ ਬੋਰਡ ਪੇਪਰ ਸ਼੍ਰੇਣੀ 10ਵੀਂ, ਠੀਕ ਹੈ ਜੀ। ਆ ਵੀ 20 ਨੰਬਰ ਦਾ ਵਾ। ਇਹ ਦੋਸਤੋ ਜਿਹੜਾ ਪੇਪਰ ਆ ਇਹ ਵੀ ਪਿਛਲੇ ਸਾਲਾਂ ਦਾ ਹੀ ਹੈਗਾ ਵਾ, ਠੀਕ ਹੈ ਜੀ। ਇਸ ਵਾਰ ਹਜੇ ਪੰਜਾਬ ਬੋਰਡ ਨੇ ਪੈਟਰਨ ਚੇਂਜ ਹੋਣ ਦੇ ਕਾਰਨ, ਠੀਕ ਹੈ, ਕੋਈ ਵੀ ਸੈਂਪਲ ਪੇਪਰ ਜਾਂ ਫਿਰ ਮਾਡਲ ਟੈਸਟ ਪੇਪਰ, ਕੁਐਸਚਨ ਪੇਪਰ ਕੋਈ ਵੀ ਜਾਰੀ ਨਹੀਂ ਕੀਤਾ ਆਪਣੀ ਵੈਬਸਾਈਟ 'ਤੇ, ਠੀਕ ਹੈ ਜੀ। ਤਾਂ ਦੋਸਤੋ ਆਹ ਤੁਹਾਨੂੰ ਪਤਾ ਹੀ ਹੋਣਾ, ਅਗਰ ਤੁਸੀਂ ਪਹਿਲਾਂ ਫਿਜ਼ੀਕਲ ਦਾ ਪੇਪਰ ਦਿੱਤਾ ਹੋਣਾ ਤਾਂ 20 ਨੰਬਰ ਦਾ ਹੁੰਦਾ ਸੀਗਾ। ਬਟ ਦੋਸਤੋ ਹੁਣ ਜਿਹੜਾ ਪੈਟਰਨ ਚੇਂਜ ਹੋ ਗਿਆ ਵਾ ਤੇ ਹੁਣ 50 ਨੰਬਰਾਂ ਦਾ ਪੇਪਰ ਆਏਗਾ, ਜਿਵੇਂ ਕਿ ਤੁਹਾਨੂੰ ਮੈਂ ਆਹ ਦਿਖਾਈ ਦਿੱਤਾ ਸੀਗਾ ਥੱਲੇ, ਠੀਕ ਹੈ ਜੀ। ਆਹ ਦੇਖੋ ਦੋਸਤੋ, ਇਹਨਾਂ ਨੇ ਜਿਹੜਾ ਹੈਗਾ ਨਵਾਂ ਪੈਟਰਨ ਦੇ ਅਕੋਰਡਿੰਗ 50 ਨੰਬਰਾਂ ਦਾ ਪੇਪਰ ਹੋਏਗਾ। ਸੰਖਿਆ ਵੀ ਵੱਧ ਗਈ ਹੈ ਕੁਐਸਚਨਾਂ ਦੀ, ਠੀਕ ਹੈ ਜੀ। ਤਾਂ ਇਹਦੇ ਵਿੱਚ ਥੋੜ੍ਹੇ ਕੁਐਸਚਨ ਵੀ ਜਿਵੇਂ ਕਿ ਥੋੜ੍ਹੇ ਜਿਹੇ ਉਸ ਟਾਈਪ ਦੇ ਨੇ, ਜਿਵੇਂ ਕਿ ਆਹ ਦੇਖ ਸਕਦੇ ਹੋ। ਹਾਂ, ਤਾਂ ਦੋਸਤੋ ਥੋੜ੍ਹੇ ਜਿਹੇ ਘੱਟ ਨੇ ਕੁਐਸਚਨ, ਉਹਦੇ ਵਿੱਚ ਵੱਧ ਹੋਣਗੇ, ਜਿਵੇਂ ਕਿ 5-5 ਬਹੁ ਵਿਕਲਪੀ ਵੀ ਹੋਣਗੇ, 5 ਟਰੂ ਫਾਲਸ ਵੀ ਹੋਣਗੇ, MCQ ਵੀ ਹੋਣਗੇ, ਸਾਰਾ ਕੁਝ ਹੋਊਗਾ ਇਹਦੇ ਵਿੱਚ। ਕਿਉਂਕਿ ਪਹਿਲਾਂ 20 ਨੰਬਰ ਦਾ ਸੀਗਾ ਤਾਂ ਫਿਰ ਉਸੇ ਅਕੋਰਡਿੰਗ ਪੇਪਰ ਇਹ ਸੈੱਟ ਹੋਇਆ ਵਾ। ਤਾਂ ਦੋਸਤੋ ਚਲੋ ਆਪਾਂ ਫਿਰ ਵੀ ਤੁਹਾਡੀ ਐਜ਼ ਅ ਇੰਪੋਰਟੈਂਟ ਕੁਐਸਚਨ, ਠੀਕ ਹੈ ਜੀ, ਇਹਨਾਂ ਦੀ ਤਿਆਰੀ ਕਰਦੇ ਹਾਂ। ਤਾਂ ਦੋਸਤੋ ਸਭ ਤੋਂ ਪਹਿਲਾਂ ਦੇਖ ਸਕਦੇ ਹੋ ਕਿ ਬਈ ਤੁਹਾਡਾ ਇਹ ਭਾਗ ਊੜਾ ਵਾ, ਠੀਕ ਹੈ ਜੀ। ਤੇ ਪ੍ਰੋਟੀਨ, ਸਭ ਤੋਂ ਪਹਿਲਾ ਪ੍ਰਸ਼ਨ ਹੈਗਾ ਕਿ ਪ੍ਰੋਟੀਨ ਕਿੰਨੀ ਕਿਸਮ ਦੇ ਹੁੰਦੇ ਹਨ, ਠੀਕ ਹੈ ਜੀ। ਤਾਂ ਇਸ ਦਾ ਆਨਸਰ ਤੁਸੀਂ ਦੇਖ ਸਕਦੇ ਹੋ, ਆਹ ਦੇਖ ਸਕਦੇ ਹੋ ਦੋਸਤੋ, ਪ੍ਰੋਟੀਨ ਜਿਹੜੇ ਹੈਗੇ ਆ ਉਹ ਕਿੰਨੇ ਪ੍ਰਕਾਰ ਦੇ ਹੁੰਦੇ ਹਨ। ਤਾਂ ਦੋਸਤੋ ਪ੍ਰੋਟੀਨ 2 ਪ੍ਰਕਾਰ ਦੇ ਹੁੰਦੇ ਹਨ, ਪਸ਼ੂ ਪ੍ਰੋਟੀਨ ਅਤੇ ਬਨਸਪਤੀ ਪ੍ਰੋਟੀਨ, ਠੀਕ ਹੈ ਜੀ। ਤਾਂ ਇਸ ਦਾ ਆਨਸਰ ਹੋ ਜਾਏਗਾ 2, ਆਹ ਵਾਲਾ। ਅੱਗੇ ਕਿਹੜਾ ਪੋਸ਼ਕ ਤੱਤ ਸਰੀਰ ਨੂੰ ਵਧੇਰੇ ਜਿਹੜਾ ਹੈਗਾ ਊਰਜਾ ਦਿੰਦਾ ਹੈ। ਤਾਂ ਦੋਸਤੋ ਇਸ ਦਾ ਆਨਸਰ ਵੀ ਦੇਖ ਲੈਂਦੇ ਆ। ਹਾਂਜੀ, ਤਾਂ ਦੋਸਤੋ ਕਾਰਬੋਹਾਈਡਰੇਟਸ ਜਿਹੜਾ ਹੈਗਾ ਵਾ ਮੁੱਖ ਤੌਰ 'ਤੇ ਸਰੀਰ ਨੂੰ ਊਰਜਾ ਪ੍ਰਦਾਨ ਕਰਦੇ ਹਨ, ਠੀਕ ਹੈ ਜੀ। ਤਾਂ ਇਸ ਦਾ ਜਿਹੜਾ ਰਾਈਟ ਆਨਸਰ ਬਣ ਜਾਏਗਾ ਸਾਡੇ ਸਾਹਮਣੇ, ਉਹ ਬਣੇਗਾ ਦੋਸਤੋ ਕਾਰਬੋਹਾਈਡਰੇਟਸ, ਠੀਕ ਹੈ। ਅਗਲਾ ਪ੍ਰਸ਼ਨ ਹੈਗਾ ਦੋਸਤੋ ਤੀਸਰਾ ਕਿ ਸੰਪੂਰਨ ਭੋਜਨ ਕਿਸ ਨੂੰ ਕਿਹਾ ਜਾਂਦਾ ਹੈ, ਠੀਕ ਹੈ ਜੀ। ਤਾਂ ਸੰਪੂਰਨ ਭੋਜਨ ਦੋਸਤੋ ਜਿਹੜਾ ਹੈਗਾ ਵਾ ਦੇਖ ਸਕਦੇ ਹੋ ਦੋਸਤੋ, ਦੁੱਧ ਨੂੰ ਜਿਹੜਾ ਹੈਗਾ ਸੰਪੂਰਨ ਭੋਜਨ ਕਿਹਾ ਜਾਂਦਾ ਹੈ। ਦੁੱਧ ਵਿੱਚ ਪ੍ਰੋਟੀਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਤਾਂ ਦੋਸਤੋ ਇਸ ਦਾ ਜਿਹੜਾ ਰਾਈਟ ਆਨਸਰ ਆ ਜਾਏਗਾ ਦੁੱਧ। ਅੱਗੇ ਦੋਸਤੋ ਦਿਲ ਕਿਸ ਸਰੀਰਕ ਪ੍ਰਣਾਲੀ ਦਾ ਮੁੱਖ ਅੰਗ ਹੈ, ਠੀਕ ਹੈ। ਤਾਂ ਇਸ ਦਾ ਆਨਸਰ ਦੋਸਤੋ ਦੇਖ ਸਕਦੇ ਹੋ ਦੋਸਤੋ, ਲਹੂ ਗੇੜ ਪ੍ਰਣਾਲੀ ਦੇ ਮੁੱਖ ਅੰਗ ਕਿਹੜੇ ਹਨ? ਦਿਲ। ਤਾਂ ਇਸ ਦਾ ਓਪੋਜ਼ਿਟ ਹੀ ਪੁੱਛ ਲਿਆ ਇਹਨਾਂ ਨੇ ਕਿ ਦਿਲ ਦਾ ਜਿਹੜਾ ਹੈਗਾ ਵਾ, ਜਿਵੇਂ ਕਿ ਦੋਸਤੋ ਦਿਲ ਕਿਸ ਸਰੀਰਕ ਪ੍ਰਣਾਲੀ ਦਾ ਮੁੱਖ ਅੰਗ ਹੈ। ਤਾਂ ਦੋਸਤੋ ਇਹ ਆ ਜਾਏਗਾ ਆਪਣਾ ਲਹੂ ਗੇੜ ਪ੍ਰਣਾਲੀ ਦਾ। ਅੱਗੇ ਦੋਸਤੋ ਇੱਕ ਅਰੋਗ ਵਿਅਕਤੀ ਪ੍ਰਤੀ ਮਿੰਟ ਕਿੰਨੀ ਵਾਰ ਜਿਹੜਾ ਹੈਗਾ ਸਾਹ ਲੈਂਦਾ ਹੈ। ਤਾਂ ਦੋਸਤੋ ਦੇਖ ਸਕਦੇ ਹੋ ਕਿ ਬਈ ਜਿਹੜਾ ਆਮ ਅਰੋਗੀ ਵਿਅਕਤੀ ਜਿਹੜਾ ਹੈਗਾ ਪ੍ਰਤੀ ਮਿੰਟ 'ਚ 20 ਤੋਂ 22 ਵਾਰ ਸਾਹ ਲੈਂਦਾ ਹੈ, ਠੀਕ ਹੈ ਜੀ, 20 ਤੋਂ 22 ਵਾਰ ਸਾਹ ਲੈਂਦਾ ਹੈ। ਅੱਗੇ ਦੋਸਤੋ ਬੁੱਧੀ ਤੇਜ਼ ਕਰਨ ਲਈ ਕਿਹੜਾ ਆਸਨ ਸਭ ਤੋਂ ਲਾਭਦਾਇਕ ਹੈ। ਤਾਂ ਇਸ ਦਾ ਆਨਸਰ ਵੀ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਬਈ ਮੈਨੂੰ ਆਹ ਲੱਭਿਆ ਕਿ ਸੀਸ ਆਸਨ ਨਾਲ ਦੋਸਤੋ ਜਿਹੜੀ ਹੈਗੀ ਹੈ ਯਾਦਾਸ਼ਤ ਤੇਜ਼ ਹੁੰਦੀ ਹੈ, ਠੀਕ ਹੈ ਜੀ। ਸੀਸ ਆਸਨ ਨਾਲ ਜਿਹੜੀ ਹੈਗੀ ਹੈ ਦਿਮਾਗੀ ਸ਼ਕਤੀ ਜਾਂ ਫਿਰ ਯਾਦਾਸ਼ਤ, ਮੈਮਰੀ ਕਹਿ ਸਕਦੇ ਹਾਂ, ਤੇਜ਼ ਹੁੰਦੀ ਹੈ। ਇੱਕ ਤਾਂ ਇਹ ਹੋ ਗਿਆ। ਬਟ ਦੋਸਤੋ ਜਦੋਂ ਫਿਰ ਮੈਨੂੰ ਥੋੜ੍ਹਾ ਜਿਹਾ ਸੈਟਿਸਫਾਈ ਜਿਹਾ ਨਹੀਂ ਹੋਇਆ ਇਸ ਆਨਸਰ ਤੋਂ, ਮੈਂ ਗੂਗਲ 'ਤੇ ਚੈੱਕ ਕੀਤਾ ਕਿ ਕਿਹੜਾ ਆਸਨ ਜਿਹੜਾ ਹੈਗਾ ਦਿਮਾਗ ਨੂੰ ਸੁਧਾਰਨ ਵਿੱਚ ਮਦਦ ਕਰਦਾ ਹੈ। ਤਾਂ ਦੋਸਤੋ ਇੱਥੇ ਇਹਨਾਂ ਨੇ ਦੱਸਿਆ ਕਿ ਪਦਮ ਆਸਨ, ਠੀਕ ਹੈ ਜੀ। ਪਦਮ ਆਸਨ ਜਾਂ ਕਮਲ ਪੋਜ ਇੱਕ ਸਧਾਰਨ ਆਸਨ ਹੈ, ਠੀਕ ਹੈ ਜੀ, ਜੋ ਕਿ ਦੋਸਤੋ ਸਾਡੇ ਦਿਮਾਗ ਦੇ ਕੰਮਕਾਜ ਵਿੱਚ ਸੁਧਾਰ ਕਰਦਾ ਹੈ, ਠੀਕ ਹੈ ਜੀ। ਤਾਂ ਹੁਣ ਦੋਸਤੋ ਅਗਰ ਤੁਹਾਨੂੰ ਇਸ ਦਾ ਰਾਈਟ ਆਨਸਰ ਬਿਲਕੁਲ ਪਤਾ ਹੈ, ਜਾਂ ਤਾਂ ਸੀਸ ਆਸਨ ਜਾਂ ਫਿਰ ਦੋਸਤੋ ਪਦਮ ਆਸਨ, ਦੋਨਾਂ ਵਿੱਚੋਂ ਕੋਈ ਇੱਕ ਜਾਂ ਫਿਰ ਦੋਨੋਂ ਹੀ ਹੋ ਸਕਦੇ ਹਨ, ਠੀਕ ਹੈ ਜੀ। ਤਾਂ ਤੁਹਾਡੇ ਹਿਸਾਬ ਨਾਲ ਕਿਹੜਾ ਵਾ ਜਿਹੜਾ ਹੈਗਾ ਬੁੱਧੀ ਤੇਜ਼ ਕਰਨ ਲਈ, ਤਾਂ ਕਮੈਂਟ ਬਾਕਸ ਦੇ ਵਿੱਚ ਦੱਸ ਦੇਣਾ। ਅੱਗੇ ਦੋਸਤੋ ਧੋਤੀ ਕਿਰਿਆ ਨਾਲ ਕੀ ਹੁੰਦਾ ਹੈ, ਠੀਕ ਹੈ ਜੀ। ਤਾਂ ਇਸ ਦਾ ਵੀ ਦੇਖ ਲੈਂਦੇ ਆਨਸਰ। ਤਾਂ ਦੋਸਤੋ ਧੋਤੀ ਕਿਰਿਆ ਨਾਲ ਕੀ ਹੁੰਦਾ ਹੈ। ਤਾਂ ਦੋਸਤੋ ਸਰੀਰ ਦੀ ਸਫਾਈ ਕੀਤੀ ਜਾਂਦੀ ਹੈ, ਦਾ ਬੋਡੀ ਇਜ਼ ਕਲੀਨ, ਠੀਕ ਹੈ ਜੀ। ਧੋਤੀ ਕਿਰਿਆ ਨਾਲ ਜਿਹੜੀ ਹੈਗਾ ਸਰੀਰ ਦੀ ਸਫਾਈ ਹੁੰਦੀ ਹੈ। ਅਸ਼ਟਾਂਗ ਯੋਗ ਕਿਸ ਰਿਸ਼ੀ ਦੁਆਰਾ ਦਿੱਤਾ ਗਿਆ ਹੈ, ਠੀਕ ਹੈ ਜੀ। ਤਾਂ ਇਸ ਦਾ ਆਨਸਰ ਵੀ ਦੇਖ ਲੈਂਦੇ ਆ। ਤਾਂ ਦੋਸਤੋ ਦੇਖ ਸਕਦੇ ਹੋ ਕਿ ਅਸ਼ਟਾਂਗ ਯੋਗ ਪਤੰਜਲੀ ਰਿਸ਼ੀ ਨੇ ਆਪਣੇ ਜਿਹੜੇ ਹੈਗੇ ਆ ਉਹਨਾਂ ਨੇ ਦਿੱਤਾ ਹੈ। ਬਸ ਇੰਨਾ ਹੀ ਦੇਖ ਲਓ ਕਿ ਪਤੰਜਲੀ ਜਿਹੜੇ ਰਿਸ਼ੀ ਸੀਗੇ ਉਹਨਾਂ ਨੇ ਇਹ ਅਸ਼ਟਾਂਗ ਯੋਗ ਜਿਹੜਾ ਹੈਗਾ ਵਾ ਦਿੱਤਾ ਹੈ। ਅੱਗੇ ਦੋਸਤੋ ਭਾਗ ਆੜਾ। ਤਾਂ ਪਹਿਲਾ ਪ੍ਰਸ਼ਨ, 9ਵਾਂ ਪ੍ਰਸ਼ਨ ਹੈ, ਮਾਸਪੇਸ਼ੀ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਹਨ, ਨਾਮ ਲਿਖੋ, ਠੀਕ ਹੈ ਜੀ। ਮਾਸਪੇਸ਼ੀਆਂ ਕਿੰਨੀ ਪ੍ਰਕਾਰ ਦੀਆਂ ਹੁੰਦੀਆਂ ਹਨ। ਤਾਂ ਦੇਖੋ ਦੋਸਤੋ ਮਾਸਪੇਸ਼ੀਆਂ ਦੇ ਜਿਹੜੇ ਹੈਗੇ ਆ ਕਿਸਮ ਜਾਂ ਫਿਰ ਕਿੰਨੇ ਪ੍ਰਕਾਰ ਦੇ ਹਨ। ਤਾਂ ਦੇਖੋ ਸਭ ਤੋਂ ਪਹਿਲਾਂ ਹੈਗਾ ਸਵੈ ਇੱਛਤ ਮਾਸਪੇਸ਼ੀਆਂ, ਦੂਸਰਾ ਹੈਗਾ ਅਨਿਛਤ ਮਾਸਪੇਸ਼ੀਆਂ। ਅੱਗੇ ਦੋਸਤੋ ਦਿਲ ਦੀਆਂ ਮਾਸਪੇਸ਼ੀਆਂ। ਅੱਗੇ ਦੋਸਤੋ ਆਪਣਾ ਪ੍ਰਸ਼ਨ, ਚਰਬੀ ਦੇ ਸੋਮੇ ਕਿਹੜੇ ਕਿਹੜੇ ਹਨ। ਤਾਂ ਇਹਨਾਂ ਦੇ ਆਨਸਰ ਵੀ ਦੇਖ ਲੈਂਦੇ ਆ। ਦੇਖ ਸਕਦੇ ਹੋ ਦੋਸਤੋ ਚਰਬੀ ਜਾਂ ਫਿਰ ਚਿਕਨਾਈ ਇੱਕ ਹੀ ਗੱਲ ਆ, ਜਿਸ ਨੂੰ ਆਪਾਂ ਫੈਟ ਕਹਿੰਦੇ ਇੰਗਲਿਸ਼ ਦੇ ਵਿੱਚ। ਤਾਂ ਦੇਖੋ ਚਰਬੀ ਜਾਂ ਫਿਰ ਚਿਕਨਾਈ 2 ਤਰ੍ਹਾਂ ਦੀ ਹੁੰਦੀ ਹੈ, ਬਨਸਪਤੀ ਚਰਬੀ ਤੇ ਪਸ਼ੂ ਚਰਬੀ। ਪ੍ਰਾਪਤੀ ਦੇ ਸੋਮੇ ਤਾਂ ਦੋਸਤੋ ਦੇਖੋ ਬਨਸਪਤੀ ਚਰਬੀ ਜਿਹੜੀ ਹੈਗੀ ਆ, ਠੀਕ ਹੈ ਜੀ, ਉਹ ਸਰੋਂ, ਮੂੰਗਫਲੀ ਅਤੇ ਨਾਰੀਅਲ ਦਾ ਤੇਲ
अखरोट, बादाम, मूंगफली, सोयाबीन आदि ਵਿੱਚ ਜਿਹੜੀ ਪਾਈ ਜਾਂਦੀ ਹੈ। ਤੇ ਦੂਸਰਾ ਆਪਣਾ ਹੈਗਾ ਪਸ਼ੂ ਪ੍ਰੋਟੀਨ, ਪਸ਼ੂ ਚਰਬੀ ਤਾਂ ਦੋਸਤੋ ਇਹ ਘਿਓ, ਮੱਖਣ, ਦੁੱਧ, ਮਾਸ, ਮੱਛੀ, ਆਂਡਿਆਂ ਵਿੱਚ ਜਿਹੜੀ ਹੈਗੀ ਆ ਪਾਈ ਜਾਂਦੀ ਹੈ। ਤਾਂ ਦੋਸਤੋ ਇਹ ਇਸਦੇ ਸੋਮੇ ਹੋ ਗਏ। ਉਸ ਤੋਂ ਬਾਅਦ ਦੋਸਤੋ ਆਪਣਾ ਪ੍ਰਸ਼ਨ ਹੈ ਕਿ ਯੋਗ ਕੀ ਹੈ। ਠੀਕ ਹੈ ਜੀ, ਤਾਂ ਦੇਖ ਲੈਂਦੇ ਹਾਂ ਇਸ ਦਾ ਆਨਸਰ ਵੀ। ਤਾਂ ਦੋਸਤੋ ਦੇਖੋ ਯੋਗ ਕੀ ਹੈ। ਤਾਂ ਦੋਸਤੋ ਭਾਰਤ ਵਿੱਚ ਸਭ ਤੋਂ ਪੁਰਾਣੀ ਕਸਰਤ ਕਰਨ ਦੀ ਵਿਧੀ ਯੋਗ ਹੈ। ਪੁਰਾਣੇ ਜ਼ਮਾਨੇ ਵਿੱਚ ਜਿਹੜੇ ਹੈਗੇ ਸਾਧੂ ਸੰਤ ਮਹਾਤਮਾ ਲੋਕ ਇਸ ਦਾ ਅਭਿਆਸ ਕਰਦੇ ਸਨ, ਆਪਣਾ ਸਰੀਰ ਤੰਦਰੁਸਤ ਰੱਖਣ ਲਈ ਰੱਖਦੇ ਸਨ। ਇਸ ਨੂੰ ਅਸੀਂ ਆਮ ਤੌਰ 'ਤੇ ਤਪੱਸਿਆ ਕਰਨ ਵਾਸਤੇ ਵੀ ਵਰਤਦੇ ਹਾਂ। ਯੋਗ ਹਰ ਇੱਕ ਵਿਅਕਤੀ ਲਈ ਜ਼ਰੂਰੀ ਹੈ। ਠੀਕ ਹੈ ਜੀ, ਤਾਂ ਇਹ ਹੋ ਗਿਆ ਇਸ ਦਾ ਆਨਸਰ। ਅੱਗੇ ਆਪਣਾ ਭਾਗ ਈੜੀ ਹੈ। ਤਾਂ ਦੇਖੋ ਦੋਸਤੋ ਅਸ਼ਟਾਂਗ ਯੋਗ ਦੇ ਨਿਯਮਾਂ ਦਾ ਸੰਖੇਪ ਵਰਣਨ ਕਰੋ। ਨਿਯਮ ਜਾਂ ਫਿਰ ਸਿਧਾਂਤ ਇੱਕ ਹੀ ਗੱਲ ਆ। ਤਾਂ ਦੋਸਤੋ ਦੇਖੋ ਜਿਹੜਾ ਹੈਗਾ ਇਹ ਅਸ਼ਟਾਂਗ ਯੋਗ ਸੀਗਾ ਦੋਸਤੋ, ਇਹ ਪਤੰਜਲੀ ਰਿਸ਼ੀ ਦੇ ਦੁਆਰਾ ਦਿੱਤਾ ਗਿਆ ਸੀਗਾ ਅਤੇ ਇਹਨਾਂ ਦੇ ਅੰਗ ਜਿਹੜੇ ਹੈਗੇ 8 ਅੰਗ ਹਨ। ਠੀਕ ਹੈ ਜੀ, ਤਾਂ ਇਸਦਾ ਮਤਲਬ ਮੈਂ ਸੋਚਿਆ ਕਿ ਚਲੋ ਅੰਗ ਜਾਂ ਫਿਰ ਜਿਹੜੇ ਹੈਗੇ ਨਿਯਮ ਅਲੱਗ ਹੁੰਦੇ ਹਨ। ਫਿਰ ਮੈਂ ਦੋਸਤੋ ਜਾ ਕੇ ਗੂਗਲ 'ਤੇ ਸਰਚ ਕੀਤਾ, ਦੇਖ ਸਕਦੇ ਹੋ ਕਿ ਮੈਂ ਗੂਗਲ 'ਤੇ ਜਾ ਕੇ ਸਰਚ ਕੀਤਾ ਸੀਗਾ ਕਿ ਬਈ ਹਾਂ, ਮੈਂ ਦੋਸਤੋ ਗੂਗਲ 'ਤੇ ਜਾ ਕੇ ਸਰਚ ਕੀਤਾ ਤਾਂ ਉਹਨਾਂ ਨੇ ਵੀ ਆਹੀ ਦਿਖਾਇਆ ਵਾ ਕਿ ਆਹੀ 8 ਜਿਹੜੇ ਹੈਗੇ ਨਿਯਮ ਜਾਂ ਫਿਰ ਸਿਧਾਂਤ ਆਹੀ ਨੇ। ਠੀਕ ਹੈ ਜੀ, ਤਾਂ ਆਪਾਂ ਇਹਨਾਂ ਨੂੰ ਹੀ ਇਹਦੇ ਵਿੱਚ ਲਿਖਾਂਗੇ। ਤਾਂ ਦੋਸਤੋ ਚਲੋ ਦੇਖਦੇ ਹਾਂ ਵਾਟ ਆਰ ਕੰਪੋਨੈਂਟਸ। ਠੀਕ ਹੈ ਜੀ, ਇਹੀ ਮਤਲਬ ਜਿਹੜਾ ਵੀ ਆ ਗਿਆ ਤੁਹਾਨੂੰ ਕਿ ਬਈ ਅਸ਼ਟਾਂਗ ਯੋਗ ਦੇ ਬਾਰੇ ਕੁਛ ਵੀ ਪੁੱਛ ਲੈਣਗੇ ਤਾਂ ਆਹੀ ਲਿਖ ਦਿਓ। ਠੀਕ ਹੈ, ਸਭ ਤੋਂ ਪਹਿਲਾਂ ਦੇਖ ਸਕਦੇ ਹੋ ਦੋਸਤੋ ਅਸ਼ਟਾਂਗ ਯੋਗ ਦੇ 8 ਅੰਗ ਹਨ, ਇਸ ਕਰਕੇ ਇਸ ਦਾ ਨਾਂ ਅਸ਼ਟਾਂਗ ਯੋਗ ਹੈ। ਯੋਗ ਅਭਿਆਸ ਦੀਆਂ ਪਤੰਜਲੀ ਰਿਸ਼ੀ ਅਨੁਸਾਰ ਜਿਹੜੀ ਹੇਠ ਲਿਖੀਆਂ 8 ਅਵਸਥਾ ਮੰਨੀਆਂ ਗਈਆਂ ਹਨ। ਤਾਂ ਸਭ ਤੋਂ ਪਹਿਲਾਂ ਹੈ ਯਮ। ਠੀਕ ਹੈ ਜੀ, ਅਤੇ ਦੂਸਰਾ ਹੈਗਾ ਦੋਸਤੋ ਨਿਯਮ, ਆਸਣ, ਪ੍ਰਾਣਾਯਾਮ, ਪ੍ਰਤਿਹਾਰ, ਧਾਰਨਾ, ਧਿਆਨ ਅਤੇ ਆਪਣਾ ਸਮਾਧੀ। ਠੀਕ ਹੈ ਜੀ, ਤਾਂ ਦੋਸਤੋ ਯੋਗ ਯੋਗ ਦੀਆਂ ਦੋਸਤੋ ਇਹਨਾਂ ਉੱਪਰ ਵਰਣਿਤ 8 ਅਵਸਥਾ ਵਿੱਚੋਂ ਪਹਿਲੀ 5 ਅਵਸਥਾ ਦਾ ਸੰਬੰਧ ਬਾਹਰਲੀਆਂ ਯੋਗਿਕ ਕਿਰਿਆਵਾਂ ਨਾਲ ਹੈ। ਬਾਕੀ 3 ਜਿਹੜੀਆਂ ਅਵਸਥਾ ਨੇ ਉਹਨਾਂ ਦਾ ਸੰਬੰਧ ਅੰਦਰੂਨੀ ਯੋਗਿਕ ਕਿਰਿਆਵਾਂ ਨਾਲ ਹੈ। ਇਹ ਸਾਰੀ ਅਵਸਥਾ ਹੇਠ ਵੰਡੀਆਂ ਹੋਈਆਂ ਹਨ। ਜਿਵੇਂ ਯਮ ਦਾ ਦੋਸਤੋ ਕੀ ਹੈ, ਦੋਸਤੋ ਦੇਖ ਸਕਦੇ ਹੋ ਯਮ ਦੇ ਜਿਹੜੇ ਹੈਗੇ ਆ ਦੋਸਤੋ ਹੇਠ ਦੇ 5 ਅੰਗ ਹਨ। ਤਾਂ ਦੋਸਤੋ ਆਪਣਾ ਹੈਗਾ ਦੋਸਤੋ ਅਹਿੰਸਾ, ਠੀਕ ਹੈ ਜੀ, ਸਤਿਆ, ਅਸਤਿਆ, ਠੀਕ ਹੈ ਜੀ, ਅਪਗ੍ਰਹਿ ਅਤੇ ਆਪਣਾ ਹੈ ਦੋਸਤੋ ਆਪਣਾ ਬ੍ਰਹਮਚਾਰਿਆ। ਠੀਕ ਹੈ ਜੀ, ਅਤੇ ਦੂਸਰਾ ਹੈਗਾ ਦੋਸਤੋ ਨਿਯਮ, ਤਾਂ ਇਸਦਾ ਆ ਜਾਏਗਾ ਦੋਸਤੋ ਤਪਾ, ਸਵਧਾਏ, ਈਸ਼ਵਰ ਪ੍ਰੀਧਨ। ਠੀਕ ਹੈ, ਅੱਗੇ ਦੋਸਤੋ ਆਸਣ। ਤਾਂ ਦੋਸਤੋ ਦੇਖੋ ਆਸਣ ਦੀ ਸੰਖਿਆ ਜਿੰਨੇ ਪਸ਼ੂ ਪੰਛੀ ਹਨ ਉਨੀ ਹੈ। ਜਿਹੜਾ ਹੈਗਾ ਆਸਣ ਸਰੀਰਕ ਸਮਰੱਥਾ ਸ਼ਕਤੀ ਦੇ ਅਨੁਸਾਰ ਨਿੱਤ ਪ੍ਰਤੀ ਹਵਾ ਦੇ ਬਾਹਰ ਕੱਢਣ, ਸਾਹ ਰੋਕਣ ਅਤੇ ਫਿਰ ਦੋਸਤੋ ਸਾਹ ਲੈਣ ਦੇ ਨਾਲ ਕਰਨੇ ਚਾਹੀਦੇ ਹਨ। ਅੱਗੇ ਦੋਸਤੋ ਪ੍ਰਾਣਾਯਾਮ। ਤਾਂ ਦੇਖੋ ਦੋਸਤੋ ਪ੍ਰਾਣਾਯਾਮ ਉਪਭਾਸ਼ਾ ਦਾ ਭਾਗ ਹੈ। ਇਸ ਦੇ 3 ਹਿੱਸੇ ਹਨ। ਤਾਂ ਦੇਖੋ ਇੱਕ ਹੈ ਪੂਰਕ, ਇੱਕ ਹੈ ਦੋਸਤੋ ਆਪਣਾ ਰੇਚਕ। ਠੀਕ ਹੈ ਜੀ, ਅਤੇ ਉਸ ਤੋਂ ਬਾਅਦ ਦੋਸਤੋ ਆਪਣਾ ਹੈਗਾ ਕੁੰਭਕ। ਠੀਕ ਹੈ ਜੀ, ਤਾਂ ਦੇਖੋ ਦੋਸਤੋ ਕੁੰਭਕ ਦੇ ਵਿੱਚ ਕੀ ਆ, ਕਈ ਆਸਣ ਦੋਸਤੋ ਲਗਾ ਕੇ ਜਿਹੜੇ ਹੈਗੇ ਸਾਹ ਦੂਸਰਾ ਹੋ ਗਿਆ ਸੀਗਾ ਆਪਣਾ, ਸੌਰੀ ਇੱਥੇ ਚੌਥਾ ਹੋਇਆ, ਇੱਥੇ ਆ ਕੀ ਆ ਗਿਆ, ਹਾਂਜੀ। ਤਾਂ 2 ਮਿੰਟ ਦੋਸਤੋ ਇਸ ਨੂੰ ਮੈਂ ਸਹੀ ਕਰਦਾ। ਇੱਥੇ ਆਪਾਂ ਕੁਛ PDF ਦੇ ਵਿੱਚ ਗੜਬੜੀ ਆਈ, ਇਸ ਨੂੰ ਮੈਂ ਸਹੀ ਕਰਦਾ ਵੇਟ ਦੋਸਤੋ। ਤਾਂ ਦੋਸਤੋ ਦੇਖੋ ਇਹਦੇ ਵਿੱਚ ਜਿਹੜੀ ਹੈ ਨੰਬਰਿੰਗ ਗਲਤ ਪਾ ਦਿੱਤੀ ਗਈ ਆ, ਜਿਵੇਂ ਕਿ ਇੱਥੇ ਆਪਣਾ ਚੌਥਾ ਪੁਆਇੰਟ ਹੋ ਗਿਆ ਸੀਗਾ ਪ੍ਰਾਣਾਯਾਮ ਦਾ। ਠੀਕ ਹੈ ਜੀ, ਤਾਂ ਇੱਥੋਂ ਹੁਣ ਦੋਸਤੋ ਜਿਹੜਾ ਅਗਲਾ ਆਪਣਾ ਪੁਆਇੰਟ ਆ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ। ਹਾਂ, ਤਾਂ ਅਗਲਾ ਦੋਸਤੋ ਜਿਹੜਾ ਇਹ ਕੁੰਭਕ ਆ, ਠੀਕ ਹੈ ਜੀ, ਇਹ ਤਾਂ ਹੈ ਹੀ ਨਹੀਂ। ਠੀਕ ਹੈ ਜੀ, ਇਹ ਹੈ ਨਹੀਂਗਾ। ਇਸ ਤੋਂ ਬਾਅਦ ਦੋਸਤੋ ਜਿਹੜਾ ਚੌਥਾ ਪਾਇਆ ਨਾ, ਇੱਥੇ ਜਿਹੜਾ ਹੈਗਾ ਚੌਥਾ ਨਹੀਂ, ਇੱਥੇ ਚੌਥਾ ਹੋ ਗਿਆ, ਇਹ ਆਪਣਾ 5ਵਾਂ ਵਾ। ਠੀਕ ਹੈ ਜੀ, ਪ੍ਰਤਿਹਾਰ। ਠੀਕ ਹੈ ਜੀ, 5ਵਾਂ ਪੁਆਇੰਟ ਸੀਗਾ, ਇੱਥੇ 5ਵਾਂ, ਇਹ 6ਵਾਂ, ਇਹ 7ਵਾਂ, ਇਹ 8ਵਾਂ। ਠੀਕ ਹੈ ਜੀ, ਤਾਂ ਦੇਖ ਸਕਦੇ ਹੋ। ਹਾਂ, ਤਾਂ ਦੋਸਤੋ ਸਭ ਤੋਂ ਹੁਣ ਪਹਿਲਾਂ ਹੈਗਾ ਕਿ ਪ੍ਰਤਿਹਾਰ ਦੋਸਤੋ 5ਵਾਂ ਨੰਬਰ ਦਾ ਵਾ। ਠੀਕ ਹੈ, ਉੱਪਰ ਵੀ ਤੁਸੀਂ ਦੇਖ ਸਕਦੇ ਹੋ 5ਵੇਂ ਨੰਬਰ 'ਤੇ ਦੋਸਤੋ ਜਿਹੜਾ ਆਪਣਾ ਪ੍ਰਤਿਹਾਰ ਹੈਗਾ ਵਾ। ਠੀਕ ਹੈ ਜੀ, ਤਾਂ ਦੋਸਤੋ ਚਲੋ 5ਵਾਂ ਪਹਿਲਾਂ ਪ੍ਰਤਿਹਾਰ ਕਰਦੇ ਹਾਂ। ਕਿ ਪ੍ਰਤਿਹਾਰ ਕੀ ਹੈ ਦੋਸਤੋ? ਪ੍ਰਤਿਹਾਰ ਤੋਂ ਭਾਵ ਵਾਪਸ ਲਿਆਉਣਾ ਜਾਂ ਫਿਰ ਦੁਨਿਆਵੀ ਖੁਸ਼ੀਆਂ ਤੋਂ ਆਪਣੇ ਮਨ ਨੂੰ ਮੋੜਨਾ। ਠੀਕ ਹੈ ਜੀ, ਅਤੇ ਉਸ ਤੋਂ ਬਾਅਦ ਦੋਸਤੋ ਆਪਣਾ 6ਵਾਂ ਹੈਗਾ ਦੋਸਤੋ ਧਾਰਨਾ। ਤਾਂ ਦੇਖੋ ਦੋਸਤੋ ਆਪਣੀਆਂ ਇੰਦਰੀਆਂ ਨੂੰ ਕਾਬੂ ਵਿੱਚ ਜਿਹੜਾ ਹੈਗਾ ਵਾ ਰੱਖਣ ਨੂੰ ਧਾਰਨਾ ਆਖਦੇ ਹਨ, ਜੋ ਕਿ ਬਹੁਤ ਹੀ ਮੁਸ਼ਕਿਲ ਹੈ। 7ਵਾਂ ਪੁਆਇੰਟ ਦੋਸਤੋ ਧਿਆਨ। ਤਾਂ ਦੋਸਤੋ ਜਦੋਂ ਮਨ ਕਾਬੂ ਹੋ ਜਾਂਦਾ ਹੈ ਤਾਂ ਧਿਆਨ ਜਿਹੜਾ ਹੈਗਾ ਲੱਗਣਾ ਸ਼ੁਰੂ ਹੋ ਜਾਂਦਾ ਹੈ। ਇਸ ਅਵਸਥਾ ਵਿੱਚ ਮਨ ਅਤੇ ਸਰੀਰ ਵਗਦੀ ਨਦੀ ਵਾਂਗ ਦੋਸਤੋ ਹੋ ਜਾਂਦੇ ਹਨ, ਜਿਸ ਵਿੱਚ ਜਿਹੜਾ ਹੈਗਾ ਪਾਣੀ ਦੀ ਲਹਿਰ ਦਾ ਕੋਈ ਅਸਰ ਨਹੀਂ ਹੁੰਦਾ। ਅੱਗੇ ਦੋਸਤੋ 8ਵਾਂ ਪੁਆਇੰਟ ਆਪਣਾ ਲਾਸਟ ਕਿ ਸਮਾਧੀ। ਠੀਕ ਹੈ ਜੀ, ਤਾਂ ਦੇਖੋ ਦੋਸਤੋ ਜਿਹੜੇ ਚਿੱਤ ਦੀ ਅਵਸਥਾ ਧਾਰਨਾ ਤੋਂ ਸ਼ੁਰੂ ਹੁੰਦੀ ਹੈ ਉਹ ਸਮਾਧੀ ਵਿੱਚ ਖਤਮ ਹੋ ਜਾਂਦੀ ਹੈ। ਇਹਨਾਂ ਸਾਰੀਆਂ ਅਵਸਥਾ ਦਾ ਡੂੰਘਾ ਸੰਬੰਧ ਹੈ। ਯੋਗ ਵਿਗਿਆਨ ਦੁਨੀਆ ਨੂੰ ਭਾਰਤ ਦੀ ਇੱਕ ਵੱਡੀ ਦੇਣ ਹੈ। ਅੱਜ ਕੱਲ੍ਹ ਜਿਹੜੇ ਹੈਗੇ ਇਹ ਦੇਸ਼ ਵਿਦੇਸ਼ ਵਿੱਚ ਹਰਮਨ ਪਿਆਰਾ ਹੋਇਆ ਹੈ। ਇਸ ਦੀ ਉਪਯੋਗਤਾ ਦਾ ਸਿੱਕਾ ਸਾਡੇ ਡਾਕਟਰ ਅਤੇ ਸਰੀਰਕ ਅਧਿਆਪਕ ਮੰਨਦੇ ਹਨ। ਯੋਗ ਆਸਣ ਕਸਰਤ ਵਿਧੀ ਨਾਲ ਜਿਹੜਾ ਹੈਗਾ ਵਿਗਿਆਨਿਕ ਅਤੇ ਸਰੀਰਕ ਬਣਤਰ ਦੇ ਜਿਹੜੇ ਅਨੁਕੂਲ ਹੈ। ਠੀਕ ਹੈ ਜੀ, ਤਾਂ ਇਹ ਆਪਣਾ ਆਨਸਰ ਹੋ ਗਿਆ ਜੀ। ਇਹ 8 ਪੁਆਇੰਟ ਸੀਗੇ। ਠੀਕ ਹੈ ਜੀ, ਆਪਣੇ ਰਿਸ਼ੀ ਪਤੰਜਲੀ ਦੇ। ਤਾਂ ਆਹ ਵਾਲਾ ਆਪਣੇ 8 ਪੁਆਇੰਟ ਆਪਾਂ ਐਕਸਪਲੇਨ ਕਰ ਦਿੱਤੇ, ਜੋ ਕਿ ਦੋਸਤੋ ਆਪਾਂ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਸੀਗਾ। ਆਹ ਜਿਹੜੇ ਸੀਗੇ 8 ਪੁਆਇੰਟ। ਠੀਕ ਹੈ ਜੀ, ਤਾਂ ਇੱਕ ਵਾਰੀ ਚੰਗੀ ਤਰ੍ਹਾਂ ਇਸ ਨੂੰ ਹੋਰ ਦੇਖ ਲਓ। ਆਹ ਤਾਂ ਹੋ ਗਏ 4 ਪੁਆਇੰਟ। ਠੀਕ ਹੈ ਜੀ, ਅਤੇ ਉਸ ਤੋਂ ਬਾਅਦ ਦੋਸਤੋ ਆਹ ਜਿਹੜਾ ਕੁੰਭਕ ਇਹ ਕੱਟ ਦਿਓ ਚਾਹੇ, ਅਤੇ ਇੱਥੋਂ 5ਵਾਂ ਪੁਆਇੰਟ ਹੈ, 5ਵਾਂ 6ਵਾਂ 7ਵਾਂ ਅਤੇ ਇਹ ਲਾਸਟ ਵਾਲਾ 8ਵਾਂ। ਠੀਕ ਹੈ ਜੀ, ਤਾਂ ਇਸ ਨੂੰ ਇੱਕ ਵਾਰੀ ਦੇਖ ਲਓ ਚੰਗੀ ਤਰ੍ਹਾਂ।
तो हुण दोस्तों चलो अगला प्रश्न करते हैं कि पानी पीण दे की लाभ हाँ ठीक है जी। तो देखते हैं इसका आंसर भी। तो आ रहा दोस्तों कि पानी ठीक है जी। तो दोस्तों साडे जिहड़ा हैगा शरीर का जिहड़ा हैगा 2/3 भाग जिहड़ा हैगा पानी हुंदा है ठीक है जी। तो यह ऑक्सीजन और हाइड्रोजन के मेल नाल जिहड़ा हैगा बनता है। इसका शरीर लई दोस्तों उन्ना ही महत्व है जिन्ना कि हवा का दोस्तों ठीक है जी। अगे दोस्तों सुम्ब पानी सानू कई किस्म के जिहड़े हैगा भोजन तत्तां दुੱਧ फल ਅਤੇ दोस्तों सब्जियां विच शुद्ध रूप विच मिलता है ठीक है जी। पानी के लाभ देखो की ने दोस्तों पानी सैलों के निर्माण विच सहायता दिंदा है। तो अगला पॉइंट दोस्तों यह सैलों तक खुराक पहुँचाता है, शरीर विच गंदे पदार्थ का निकास करता है, यह भोजन नूं दोस्तों पचाउण विच मदद करता है, यह साडे शरीर की गर्मी नूं दोस्तों नियमबुद्ध करता है। पानी द्वारा भोजन के तत्त खून विच मिलते हैं, यह शरीर के जोड़ा अंगां नूं नरम रखता है। पानी के सहारे शरीर विच खून का चक्कर चलता है। तो इत्थे यह प्रश्न खत्म हो गया। अगे दोस्तों प्रोटीन की कमी कारण होने वाले जिहड़े हैगे नुकसान दसो ठीक है जी। प्रोटीन के कारण जिहड़े है नुकसान किहड़े-किहड़े हुंदे हैं। तो देखो दोस्तों प्रोटीन की घाट नाल जिहड़ियां हानियां या फिर नुकसान एक ही गल है। तो देखो दोस्तों सब तो पहला हैगा वा अपना हाँ कवाशी होकोर ठीक है जी। कवाशी और कर ठीक है जी। तो देखो दोस्तों प्रोटीन की घाट नाल 1 साल तो लैके 3 साल तक की उम्र के बच्चों नूं यह रोग हो जाता है ठीक है जी। पहला बच्चे की लत्तां सुक जांदियां हन, फिर दोस्तों उसके मूँह और सारे शरीर विच सोज जाती है, चमड़ी जिहड़ी हैगी दोस्तों खुरदरी और लाल हो जाती है, बच्चा जिहड़ा हैगा चिड़चिड़ा हो जाता है। अगे दोस्तों सोका प्रोटीन की घाट नाल बच्चों नूं दोस्तों सोका नामी रोग लग जाता है, बच्चा पतला और कमज़ोर हो जाता है, उसके मांस के हेठां हड्डियां नज़र आउंदियां हन। जिवें कि दोस्तों तुसीं आह देख सकते हो कि आह की ने आह दोस्तों प्रोटीन दीयां चीज़ां ने, जिवें कि अपना कणक हो गया, आंडे हो गए, मच्छी मीट दुध पनीर मकई मिर्च छोले आह दोस्तों प्रोटीन दीयां चीज़ां ने। बंद गोभी पालक प्याज बादाम दालां मटर ठीक है जी। आह प्रोटीन दी चीज़ां ने, तुसीं आह खाया करो। अगे दोस्तों तीसरा पॉइंट कि भुख नाल सोजा तो दोस्तों भुखे रहन नाल प्रोटीन की कमी कारण मनुख के शरीर में जिहड़ी हैगी है घट खुराक पहुँचती है, सैलों विच पानी वधेरे इकट्ठा हो जाता है और शरीर सुज्या होया नज़र आता है। अगे दोस्तों अपना हाँ पैलागरा ठीक है जी। पैलगरा तो दोस्तों इस रोग के कारण जिहड़े है चमड़ी जिहड़ी खुरदरी और खुश्क हो जाती है। अगे दोस्तों जिगर की खराबी ठीक है जी। तो दोस्तों प्रोटीन की घाट नाल जिगर खराब हो जिहड़ा हैगा हो जाता है। प्रोटीन की ज़्यादा जिहड़ी हैगे ने ज़्यादा हाँ जी ज़्यादती नाल हानियाँ ठीक है जी। तो दोस्तों देखो प्रोटीन की ज़्यादा मात्रा लैण नाल गुर्दियां दी जिहड़ी कई बीमारियां लग जाती हैं, खून दी नाड़ियां विच भी फर्क आता है, तो जोड़ां दा दर्द भी जिहड़ा हैगा हो जाते हैं ठीक है। तो दोस्तों इस दे विच ही प्रोटीन की उचित मात्रा तो 1 साल तो लैके 6 साल तक की उम्र के बच्चों को प्रोटीन की बहुत ज़्यादा जरूरत होंदी है। एक साधारण व्यक्ति को प्रतिदिन 10 तो 100 ग्राम तक प्रोटीन की मात्रा लेनी चाहिए है। तो दोस्तों इत्थे इसका आंसर खत्म हो गया। अगे दोस्तों मांसपेशियां के कसरत से जिहड़ा हैगा कसरत का की प्रभाव पैंदा है ठीक है जी। यानी कि दोस्तों मांसपेशियां उत्ते कसरत के प्रभाव यानी कि इफैक्ट्स ऑफ एक्सरसाइज ऑन मसल्स। तो देखो दोस्तों कसरत के मांसपेशियां के जिहड़े हैगा वा हेठ लिखे प्रभाव पैंदे हैं। तो देखो कसरत करने वाले व्यक्तियों की मांसपेशियां वध काम करदियां हैं, इस तरह इन्हां नूं ऑक्सीजन द्वारा पौष्टिक खुराक वधेरे मात्रा में प्राप्त होंदी है। इस नाल दोस्तों यह वध पुष्ट और मजबूत बन जांदियां हैं ठीक है जी। तो दोस्तों हर रोज़ जिहड़ा हैगा कसरत करने वाला जिहड़ा हैगा मांसपेशियां का तालमेल वधदा है, इन्हां विच कसरत करन दा वध शक्ति आउंदी है। फलस्वरूप व्यक्ति लंबी म्याद तक दोस्तों काम करके भी थकावट महसूस नहीं करता। कसरत करन नाल मांसपेशियां नूं वध काम करना पैंदा है। कसरत करन नाल व्यक्ति के अंदर ऑक्सीजन की खपत जिहड़ी हैगी है वध जांदी है। इस तरह दोस्तों मांसपेशियां विच तेजी नाल खून पहुँचता है। कसरत करन नाल दोस्तों शरीर विच जिहड़ी कि हिलजुल रहिंदी है। इस नाल दोस्तों फालतू पदार्थां दी शरीर विचों निकास हो जाता है तो शरीर का तापमान अक्सर समान ही रहिंदा है। कसरत करन नाल दोस्तों मांसपेशियां नूं जिहड़ा हैगा वा ग्लाइकोजन ते अपना दोस्तों फास्कोराटाइन और दोस्तों पोटाशियम आदि रसायनिक पदार्थ प्राप्त होंदे हैं। यह रसायनिक पदार्थ खून विच जिहड़ा है गति वाधा करते हैं गति का ठीक है जी खून विच। अगे दोस्तों कसरत करन नाल शरीर दीयां मांसपेशियां विच लचक और फुर्ती आउंदी है। इस नाल साडा शरीर जिहड़ा निरोल और मजबूत रहिंदा है। कसरत करन नाल छाती दीयां हड्डियां ते पट्ठियां दी फैलण की समर्था वध हुंदी है। इस राहीं दोस्तों पट्ठियां नूं जिहड़ा हैगा वरतों दे योग रखिया जा सकता है। इस राहीं दोस्तों साडियां जिहड़ियां हैगीਆਂ ने हड्डियां सख्त हो जांदियां हैं ते वधेरे समय तक काम करदियां हैं। विश्राम अवस्था दोस्तों विच व्यक्ति का एक लहू चक्कर पूरा होने लई दोस्तों 21 सैकेंड लगते हैं, पर कसरत करन लई यह दोस्तों 18 तो 15 या फिर दोस्तों 10 सैकेंड विच पूरा हो जाता है ठीक है जी। तो यह इसका आंसर हो गया जो कि इत्थे तक सीगा अपना। दोस्तों ये वाला पेपर तो पूरा सॉल्व हो गया। उस तो बाद दोस्तों एक होर साडे कोल पेपर है सेहत ते सरीरक सिक्ख्या का प्री बोर्ड पेपर है दोस्तों 10वीं का। तो दोस्तों ये भी जिहड़ा हैगा पिछली बार दा ही हजे दा नहीं हैगा ठीक है जी। यह एज अ इंपोर्टेंट क्वेश्चन मन के इसकी तैयारी कर लो क्योंकि काफ़ी ज़्यादा इंपोर्टेंट क्वेश्चन आ पिछली बार जिहड़ा हैगा प्री बोर्ड के पेपर में आए हुए हैं। तो दोस्तों सब तो पहला जिहड़ा हैगा वा भाग ऊड़ा वा ठीक है जी। सब तो पहला इहदे विच पुछिया इन्हां ने कि मनुखी शरीर विच
ਕਿੰਨੇ ਜਿਹੜੇ ਹੈਗੇ ਗੁਰਦੇ ਹਨ। ਤੇ ਦੋਸਤੋ ਇੱਕ ਹੋਰ ਗੱਲ ਦਾ ਧਿਆਨ ਰੱਖਿਓ ਕਿ 20 ਨੰਬਰ ਦਾ ਪੇਪਰ ਨਹੀਂ 50 ਨੰਬਰ ਦਾ ਪੇਪਰ ਆਊਗਾ, ਪੈਟਰਨ ਚੇਂਜ ਹੋ ਗਿਆ ਵਾ, ਠੀਕ ਹੈ ਜੀ। ਤੇ ਇਸ ਵਾਰ ਪੰਜਾਬ ਬੋਰਡ ਨੇ ਕੋਈ ਪੇਪਰ ਜਾਰੀ ਨਹੀਂ ਕੀਤਾ, ਇਸ ਲਈ ਆਪਾਂ ਇਹ ਪਿਛਲੀ ਵਾਰ ਦਾ ਹੀ ਕਰ ਰਹੇ ਹਾਂ। ਤਾਂ ਦੇਖੋ ਪਹਿਲਾ ਪ੍ਰਸ਼ਨ ਹੈ, ਮਨੁੱਖੀ ਸਰੀਰ ਵਿੱਚ ਕਿੰਨੇ ਗੁਰਦੇ ਹੁੰਦੇ ਹਨ? ਤਾਂ ਇਸ ਦਾ ਆਂਸਰ ਤੁਸੀਂ ਦੇਖ ਸਕਦੇ ਹੋ, दूसरे पहले तो आ जाएगा दोस्तों 2, ठीक है जी। यानी कि दोस्तों मनुखी शरीर में जोड़े है 2 गुरदे होंगे हैं। अगे दोस्तों फेफड़ा शक्ति को मापन लिए जोड़ा है किस यंत्र का प्रयोग किया जाता है? तो दोस्तों इसका आंसर भी तुम देख सकते हो कि स्पायरोमीटर का जोड़ा है वा यूज़ किया जाता है। तो दोस्तों ये वाला आ जाएगा फेफड़ा शक्ति को मापन लिए दोस्तों जोड़ा है स्पायरोमीटर यंत्र का प्रयोग होंदा है। अगे है दोस्तों थकावट किन्ने प्रकार की होंगी है? ठीक है जी, थकावट जी है दोस्तों वो 2 प्रकार की ਹੁੰਦੀ है। तो दोस्तों ये वाला ऑप्शन आ जाएगा बिल्कुल सही। अगे दोस्तों अष्टांग योग के किन्ने अंग होंगे हैं? हजे जे आप अष्टांग योग के जोड़े पढ़े हैं तो दोस्तों टोटल 8 जोड़े है उन्होंने अंग सीगे। हजे जे आप पढ़े नहीं कि उपर जोड़े 8 जिन्हों की नंबरिंग गलत पाई हुई सी, ठीक है, वही 8 इतने पूछा हुआ। अगे दोस्तों आत्मा को परमात्मा नाल मिलाउण का महत्वपूर्ण ढंग किहड़ा है? तो दोस्तों ये तो आपको पता ही है, बिल्कुल सही है दोस्तों, योग, ठीक है। जो योग करोगे तो तुहाडी जिहड़ी आत्मा वा वो परमात्मा नाल मिल जाएगी। तो ये वाला ऑप्शन। अगे दोस्तों है कि प्रोटीन किन्ने प्रकार के होंगे? तो दोस्तों ये तो पता ही है अपना 2 प्रकार के होंगे हैं प्रोटीन, ये आ गया 2, ठीक है जी। तो 2 प्रकार के होंगे। आ 6वां वा दोस्तों, इतने देख सकते हो, इतने नंबरिंग इन्होंने गलत पाई हुई है, इतने भी आ दोस्तों इन्होंने 6 लिखा ही होया वा, 5 तो बाद आह इतने 6 आ, यह 7 आ, ठीक है जी। आ वाला मतलब 2 इतने हो गया। तो हुण अगला दोस्तों अपना हैगा वा कि मानसिक एकाग्रता लई सब तो वधिया आसन किहड़ा है? ठीक है, 7वें का आंसर देख लें। तो 7वें का दोस्तों देख सकते हो, 7वां पता यह पद्म आसन आ जाएगा, ठीक है जी। पद्म आसन इसका आंसर ये वाला हो जाएगा, ठीक है जी, पद्म आसन ये वाला, ठीक है। तो बैटरी भी लो हो रही है दोस्तों, जल्दी जल्दी आप तैयारी कर लें। तो हुण दोस्तों देख सकते हो 8वां प्रश्न की अपना कि विटामिन दियाँ कितनियाँ किस्मां हैं? ठीक है जी। तो ये भी 6 किस्मां हैं विटामिन दियाँ। 8वें का दोस्तों आ जाएगा 6, ठीक है जी। ए वाला ऑप्शन, डी वाला ऑप्शन सही आ जाएगा। तो हुण दोस्तों भाग आड़ा है, तो दोस्तों चमड़ी के काम लिखो, ठीक है जी। तो चमड़ी के काम लिखो। तो दोस्तों देखते हैं, सॉरी इतने स्क्रीन जी हट गई, 2 मिनट दोस्तों आ रहा। हाँ दोस्तों, तो दोस्तों देख सकते हो कि चमड़ी के काम, तो देखो चमड़ी के मुख्य काम हेठ लिखे हैं, जिवें कि पर्दा, चमड़ी जी है दोस्तों शरीर को ढकने पर्दा है जो अंदरलियां मांसपेशियां ते जिहड़े है अपने अड अड अंगां नूं ढक के रखती है, ठीक है जी। जिवें तुसीं आ देख सकते हो उपरली चमड़ी, हेठली चमड़ी, ठीक है जी। तो अपनी दोस्तों सूज नाड़ियाँ, ठीक है जी। तो अगे दोस्तों पसीना नाड़ियाँ, तो दोस्तों चर्बी, आह चित्र दिता है वा चमड़ी का, ठीक है जी। इस तरह का होंदा वा, इसनूं डायग्राम नूं देख लो एक तरह। तो अगे दोस्तों पसीना का बाहर कढ़ना, ठीक है, चमड़ी की उपरली या फिर बाहरली परत जिहड़ी है नरम तो सख्त होंदी है। इस विच जिहड़े है छोटे छोटे मुसाम होंदे हन, जिन्हां राहीं दोस्तों पसीना शरीर विच बाहर निकलता है। गर्मी पैदा करना चमड़ी की हेठली या फिर जिहड़ी अंदरली धरत होंदी है, यह दोस्तों बंधक तंतुआं की बनी होंदी है। इस विच चर्बी होंदी है जो गर्मी पैदा करने में सहायता करती है। तापमान एकसार रखना, तो दोस्तों अंदरूनी चमड़ी विच 2 तरह दी जिहड़ियां हैगियां ने गिल्टियां होंदियां हन। ये पसीने ते चिकनाहट दीयां गिल्टियां हन जो शरीर के तापमान को इकसर रखने में सहायता करदियां हन। अगे दोस्तों चमड़ी शरीर के कोमल अंग की रक्षा करती है, ठीक है जी। तो यह इसका आंसर हो गया। तो अगे दोस्तों अपना संतुलित भोजन तो की भाव है? तो देखते हैं इसका आंसर आ रहा दोस्तों संतुलित भोजन, जिन्होंने आप इंग्लिश के बैलेंस डाइट कहते हैं। तो देखो दोस्तों संतुलित भोजन वो भोजन है जिस विच शरीर लिए सब तो जरूरी तत्व उचित मात्रा में शामिल हैं, जिवें कि प्रोटीन, चर्बी, कार्बोहाइड्रेट्स, खनिज लूण, तो अगे दोस्तों विटामिन, पानी आदि इन्हां तत्तां की मात्रा व्यक्ति की उम्र ते सेहत ते कार्य ते निर्भर करती है। अगला है प्रश्न दोस्तों अपना कि पानी साडे शरीर लिए क्यों जरूरी है? तो दोस्तों इसका आंसर भी देख लें। आ रहा दोस्तों पानी, तो साडे शरीर का दोस्तों 2/3 हिस्सा जोड़ा है पानी का हुंदा है, ठीक है जी। तो इस दी शरीरक लोड़ हवा तो दूजे दर्जे ते हुंदी है। खुराक ना खाइए तो महीने तो वध जिंदा रह सकते हाँ, पर पानी ना मिले तो कुछ दिनों तक ही जिंदे रह सकते हाँ। यह ऑक्सीजन और दोस्तों हाइड्रोजन के मेल नाल बनता है, ठीक है जी। तो इसका आंसर इस तरह तुसीं लिख देना वा। अगे दोस्तों भाग ईडी, तो देखो पहला प्रश्न की है योग के सिद्धांत किहड़े-किहड़े हैं, ठीक है जी। तो योग के सिद्धांत देख लें। तो दोस्तों देखो योग के मुख्य सिद्धांत किहड़े-किहड़े हैं? तो देखो सब तो पहला कि योग के मुख्य सिद्धांत, योग करते समय दोस्तों कुछ सिद्धांतों की पालना जरूरी करनी चाहिए है। इन्हां सिद्धांतों का वर्णन इस प्रकार है या फिर इस तरह है। तो देखो योग आसन का जोड़ा है अभ्यास सवेरे सोच आदि तो फारग होके करो। इशनान करके योग आसन किए जान तो होर भी चंगा होवे। इशनान करन नाल जोड़ा है शरीर हल्का हुंदा है, लचक आउंदी है। आसन जोड़ा है चंगे
ਢੰਗ ਨਾਲ ਜਿਹੜਾ ਹੈਗਾ ਹੁੰਦੇ ਹਨ। ਉਂਝ ਦੋਸਤੋ ਸ਼ਾਮ ਨੂੰ ਵੀ ਜਦੋਂ ਪੇਟ ਖਾਲੀ ਹੋਵੇ ਤਾਂ ਆਸਣ ਕੀਤੇ ਜਾ ਸਕਦੇ ਹਨ। ਆਸਣ ਕਰਨ ਦੀ ਥਾਂ ਦੋਸਤੋ ਸ਼ਾਂਤ ਅਤੇ ਸਾਫ਼ ਸੁਥਰੀ ਹੋਣੀ ਚਾਹੀਦੀ ਹੈ। ਕਿਸੇ ਬਗੀਚੇ ਵਿੱਚ ਆਸਣ ਕੀਤੇ ਜਾਣ ਤਾਂ ਬਹੁਤ ਹੀ ਚੰਗਾ ਹੈ। ਜਿਸ ਥਾਂ ਦੋਸਤੋ ਆਸਣ ਕਰੋ ਤਾਂ ਉਹ ਦੋਸਤੋ ਸਮਤਲ ਹੋਣੀ ਚਾਹੀਦੀ ਹੈ। ਠੀਕ ਹੈ ਜੀ। ਦਰੀ ਜਾਂ ਫਿਰ ਕੰਬਲ ਵਿਛਾ ਕੇ ਆਸਣ ਕਰਨੇ ਚਾਹੀਦੇ ਹਨ ਤਾਂ ਕਿ ਦੋਸਤੋ ਜ਼ਮੀਨ ਦੀ ਜਿਹੜੀ ਹੈਗੀ ਚੁੰਬਕੀ ਸ਼ਕਤੀ ਤੁਹਾਡੇ ਧਿਆਨ ਨੂੰ ਨਾ ਤੋੜੇ ਅਤੇ ਜਿਹੜਾ ਹੈਗਾ ਦੋਸਤੋ ਹੇਠੋਂ ਕੋਈ ਚੀਜ਼ ਨਾ ਚੁੱਭੇ। ਅੱਗੇ ਦੋਸਤੋ ਯੋਗ ਆਸਣ ਕਰਦੇ ਹੋਏ ਗੱਲਬਾਤ ਬਿਲਕੁਲ ਨਾ ਕਰੋ। ਆਪਣੇ ਧਿਆਨ ਨੂੰ ਦੋਸਤੋ ਸਾਹ ਅਤੇ ਜਿਸ ਅੰਗ 'ਤੇ ਜਿਹੜਾ ਹੈਗਾ ਜ਼ੋਰ ਪੈ ਰਿਹਾ ਹੈ ਉਸ 'ਤੇ ਲਾਓ। ਜਿੰਨਾ ਤੁਸੀਂ ਇੱਕ ਸੁਰ ਹੋ ਕੇ ਦੋਸਤੋ ਆਸਣ ਕਰੋਗੇ ਓਨਾ ਹੀ ਦੋਸਤੋ ਵੱਧ ਸਰੀਰਕ ਲਾਭ ਮਿਲੇਗਾ। ਆਸਣ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਸਭ ਆਸਣ ਕਰਕੇ ਜਿਹੜਾ ਹੈਗਾ ਸਾਹ ਸਰੀਰ ਅਤੇ ਮਨ ਨੂੰ ਸ਼ਾਂਤ ਕਰ ਦਿਓ। ਅੱਗੇ ਦੋਸਤੋ ਯੋਗ ਆਸਣ ਅਹਿੰਸਕ ਕਿਰਿਆ ਹੈ। ਇਸ ਨੂੰ ਕਰਦੇ ਹੋਏ ਦੋਸਤੋ ਜਿਹੜਾ ਹੈਗਾ ਝਟਕੇ ਨਹੀਂ ਲੱਗਣੇ ਚਾਹੀਦੇ ਹਨ। ਹਰ ਆਸਣ ਨੂੰ ਦੋਸਤੋ ਸਰੀਰ ਤਾਣ ਕੇ ਦੋਸਤੋ ਅਤੇ ਖਿੱਚ ਕੇ ਹੌਲੀ ਹੌਲੀ ਕਰੋ। ਉਸ ਦੇ ਬਾਅਦ ਦੋਸਤੋ ਜਿਹੜਾ ਹੈਗਾ ਕੁਝ ਪਲ ਆਪਣੇ ਸਰੀਰ ਨੂੰ ਜਿਹੜਾ ਹੈਗਾ ਨਿਡਾਲ ਕਰੋ। ਜਦੋਂ ਤੁਹਾਡਾ ਦੋਸਤੋ ਸਾਹ ਸੁਭਾਵਿਕ ਸਥਿਤੀ ਵਿੱਚ ਆ ਜਾਵੇ ਉਦੋਂ ਦੂਸਰਾ ਆਸਣ ਕਰੋ। ਯੋਗ ਆਸਣ ਦਾ ਦੋਸਤੋ ਅਭਿਆਸ ਹੌਲੀ ਹੌਲੀ ਵਧਾਓ। ਆਸਣ ਦੀ ਪੁਰਤ ਸਥਿਤਿਕ ਜਾਣ ਕਰ ਹਰ ਰੋਜ਼ ਜਿਹੜਾ ਹੈਗਾ ਅਭਿਆਸ ਕਰੋ। ਠੀਕ ਹੈ ਜੀ। ਅਤੇ ਹੌਲੀ ਹੌਲੀ ਦੋਸਤੋ ਤੁਹਾਡੇ ਬੰਦ ਖੁੱਲ੍ਹਣਗੇ। ਠੀਕ ਹੈ ਜੀ। ਅਤੇ ਸਰੀਰ ਵਿੱਚ ਜਿਹੜੀ ਹੈਗੀ ਲਚਕ ਪੈਦਾ ਹੋਵੇਗੀ। ਰੁੱਤ ਦੇ ਅਨੁਸਾਰ ਦੋਸਤੋ ਆਸਣ ਘੱਟ ਤੋਂ ਘੱਟ ਕੱਪੜੇ ਪਹਿਨ ਕੇ ਅਭਿਆਸ ਕਰੋ। ਯੋਗ ਆਸਣ ਦੋਸਤੋ ਅਭਿਆਸ ਸਭ ਵਰਗਾਂ ਦੇ ਬੱਚੇ, ਬੁੱਢੇ, ਮਰਦ, ਔਰਤ ਕਰ ਸਕਦੇ ਹਨ। 10 ਸਾਲ ਤੋਂ ਲੈ ਕੇ 80 ਤੋਂ 85 ਸਾਲ ਤੱਕ ਦੇ ਵਿਅਕਤੀ ਯੋਗ ਅਭਿਆਸ ਜਿਹੜਾ ਹੈਗਾ ਕਰ ਸਕਦੇ ਹਨ। ਆਸਣ ਦਾ ਅਭਿਆਸ ਵਿਧੀਪੂਰਵਕ ਕਰਨਾ ਚਾਹੀਦਾ ਹੈ। ਯੋਗ ਆਸਣ ਕਰਨ ਵਾਲੇ ਵਿਅਕਤੀ ਨੂੰ ਆਪਣਾ ਭੋਜਨ ਹਲਕਾ ਰੱਖਣਾ ਚਾਹੀਦਾ ਹੈ। ਭੋਜਨ ਚੰਗਾ ਪਚਣ ਵਾਲਾ, ਸਾਤਵਿਕ ਅਤੇ ਕੁਦਰਤੀ ਹੋਣਾ ਚਾਹੀਦਾ ਹੈ। ਜਿੰਨਾ ਹਲਕਾ ਭੋਜਨ ਹੋਵੇਗਾ ਉਨਾ ਉਸਦੀ ਕਾਰ ਸ਼ਕਤੀ ਵਧੇਗੀ। ਅੱਗੇ ਦੋਸਤੋ ਕਠਿਨ ਰੋਗਾਂ ਅਤੇ ਬੁਖਾਰ ਨਾਲ ਪੀੜਿਤ ਵਿਅਕਤੀ ਨੂੰ ਆਸਣ ਪ੍ਰਾਣਾਯਾਮ ਦਾ ਅਭਿਆਸ ਨਹੀਂ ਕਰਨਾ ਚਾਹੀਦਾ ਹੈਗਾ। ਸ਼ੁਰੂ ਵਿੱਚ ਇੱਕ ਦਿਨ ਬਹੁਤ ਸਾਰੇ ਆਸਣ ਨਾ ਕਰੋ। ਹਰੇਕ ਆਸਣ ਨੂੰ ਦੋਸਤੋ ਜਿਹੜਾ ਹੈਗਾ ਵਾ ਮਨੋਯੋਗ ਨਾਲ ਅੱਖਾਂ ਬੰਦ ਕਰਕੇ ਹੌਲੀ ਹੌਲੀ ਕਰੋ। ਸਰਵਾਂਗ ਆਸਣ ਜਿਹੜਾ ਹੈਗਾ ਅਤੇ ਸ਼ੀਰਸ਼ ਆਸਣ ਹੌਲੀ ਹੌਲੀ ਵਧਾ ਕੇ 10 ਮਿੰਟਾਂ ਤੱਕ ਕਰ ਸਕਦੇ ਹੋ। ਆਸਣ ਦੀ ਪਹਿਲੀ ਸਥਿਤੀ ਵਿੱਚ ਅਤੇ ਆਖਰੀ ਸਥਿਤੀ ਵਿੱਚ ਵਾਪਸ ਜਲਦੀ ਨਾ ਆਓ। ਠੀਕ ਹੈ ਜੀ। ਆਸਣ ਦਾ ਅਭਿਆਸ ਕਰਮ ਇਸ ਤਰ੍ਹਾਂ ਰੱਖਣਾ ਚਾਹੀਦਾ ਹੈ ਕਿ ਆਸਣ ਦੇ ਬਾਅਦ ਉਸ ਦਾ ਜਿਹੜਾ ਹੈਗਾ ਵਾ ਉਸ ਉਪ ਆਸਣ ਯਾਨੀ ਕਿ ਕਾਊਂਟਰ ਪੋਜ ਕਰ ਸਕੋ। ਜਿਵੇਂ ਕਿ ਆਪਣਾ ਦੋਸਤੋ ਪਸ਼ਚ ਮੁਤਾਨ ਆਸਣ। ਠੀਕ ਹੈ ਜੀ। ਅਤੇ ਉਸ ਦਾ ਜਿਹੜਾ ਹੈਗਾ ਉਪ ਆਸਣ ਕੋਣਾਸਾਨ ਸਰਵਾਂਗ ਆਸਣ ਦੇ ਬਾਅਦ ਹੀ ਜਿਹੜਾ ਹੈਗਾ ਵਾ ਮਤਸਿਆ ਆਸਣ ਕਰੋ। ਅੱਗੇ ਹੈ ਦੋਸਤੋ ਯੋਗ ਆਸਣ ਦੀ ਸਮਾਪਤੀ ਤੋਂ ਬਾਅਦ ਕੁਝ ਸਮੇਂ ਦੀ ਸਵ ਆਸਣ ਜ਼ਰੂਰ ਕਰੋ। ਆਸਣਾਂ ਦਾ ਲਾਭ ਤਦ ਹੀ ਮਿਲੇਗਾ ਜਦੋਂ ਤੁਸੀਂ ਸਵ ਆਸਣ ਕਰਕੇ ਆਪਣੇ ਸਰੀਰ ਨੂੰ ਥੋੜ੍ਹਾ ਆਰਾਮ ਦਿਓ। ਸਵ ਆਸਣ ਦੋਸਤੋ ਆਪਣੇ ਆਪ ਵਿੱਚ ਪੂਰਨ ਆਸਣ ਹੈ। ਇਸ ਨਾਲ ਦੋਸਤੋ ਸਰੀਰ ਵਿੱਚ ਅਨੋਖੀ ਸ਼ਕਤੀ ਦਾ ਸੰਚਾਰ ਹੁੰਦਾ ਹੈ। ਯੋਗ ਦਾ ਦੋਸਤੋ ਆਸਣ ਪ੍ਰਾਣਾਯਾਮ ਦਾ ਦੋਸਤੋ ਕਾਰਜਕ੍ਰਮ ਖਤਮ ਕਰਨ ਦੇ ਬਾਅਦ ਘੱਟੋ ਘੱਟ ਦੋਸਤੋ ਅੱਧੇ ਘੰਟੇ ਤੱਕ ਕੁਝ ਨਾ ਖਾਓ। ਹਵਾ ਨੂੰ ਦੋਸਤੋ ਬਾਹਰ ਕੱਢਣ ਦੇ ਬਾਅਦ ਸਾਹ ਕਿਰਿਆ ਰੋਕਣ ਦਾ ਅਭਿਆਸ ਕਰੋ। ਯੋਗ ਅਭਿਆਸ ਹਰ ਰੋਜ਼ ਕਰਨਾ ਚਾਹੀਦਾ ਹੈ। ਠੀਕ ਹੈ ਜੀ। ਤਾਂ ਇਹ ਇਸ ਦਾ ਆਨਸਰ ਹੋ ਗਿਆ। ਤੇ ਉਸ ਤੋਂ ਬਾਅਦ ਦੋਸਤੋ ਵਿਟਾਮਿਨ ਦੇ ਜਿਹੜੇ ਹੈਗੇ ਲਾਭ ਲਿਖੋ। ਤਾਂ ਦੋਸਤੋ ਦੇਖਦੇ ਹਾਂ ਵਿਟਾਮਿਨ ਦੇ ਲਾਭ। ਤਾਂ ਦੇਖੋ ਦੋਸਤੋ ਕਿ ਸਰੀਰ ਦੇ ਅਲੱਗ-ਅਲੱਗ ਅੰਗਾਂ ਨੂੰ ਜਿਹੜਾ ਹੈਗਾ ਦੋਸਤੋ ਅਲੱਗ-ਅਲੱਗ ਵਿਟਾਮਿਨ ਲਾਭ ਪਹੁੰਚਾਉਂਦੇ ਹਨ। ਵਿਟਾਮਿਨ ਦੇ ਵੱਖ-ਵੱਖ ਲਾਭ ਇਸ ਤਰ੍ਹਾਂ ਹਨ। ਤਾਂ ਵਿਟਾਮਿਨ ਏ ਤਾਂ ਦੋਸਤੋ ਇਹ ਜਿਹੜੀ ਹੈਗੀ ਆ ਅੱਖਾਂ ਦੀ ਰੋਸ਼ਨੀ ਨੂੰ ਜਿਹੜਾ ਹੈਗਾ ਤੇਜ਼ ਰੱਖਦਾ ਹੈ। ਅੱਖਾਂ ਅਤੇ ਮਿਹਦਾ ਅਤੇ ਆਂਤੜੀਆਂ ਦੀਆਂ ਕੁਝ ਜਿਹੜੀ ਹੈਗਾ ਝਿੱਲੀਆਂ ਨੂੰ ਮਜ਼ਬੂਤ ਕਰਦਾ ਹੈ। ਠੀਕ ਹੈ ਜੀ। ਛੂਤ ਦੇ ਰੋਗਾਂ ਤੋਂ ਬਚਾਉਂਦਾ ਹੈ, ਭੁੱਖ ਵਧਾਉਂਦਾ ਹੈ ਅਤੇ ਪਾਚਨ ਕਿਰਿਆ ਨੂੰ ਠੀਕ ਰੱਖਦਾ ਹੈ। ਸਰੀਰ ਨੂੰ ਵਧਾਉਣ ਅਤੇ ਮਜ਼ਬੂਤ ਕਰਨ ਵਿੱਚ ਮਦਦ ਕਰਦਾ ਹੈ। ਇਸ ਵਿਟਾਮਿਨ ਦੀ ਬੱਚਿਆਂ ਨੂੰ ਬੜੀ ਜ਼ਰੂਰਤ ਹੁੰਦੀ ਹੈ। ਵਿਟਾਮਿਨ ਬੀ ਦੇ ਲਾਭ ਤਾਂ ਦੇਖੋ ਦੋਸਤੋ ਦਿਮਾਗ ਨੂੰ ਜਿਹੜਾ ਹੈਗਾ ਇਹ ਸ਼ਕਤੀ ਦਿੰਦਾ ਹੈ ਜਿਸ ਨਾਲ ਨਾੜੀ ਪ੍ਰਣਾਲੀ ਠੀਕ ਤਰ੍ਹਾਂ ਕੰਮ ਕਰਦੀ ਹੈ। ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਬੱਚਿਆਂ ਦੇ ਵਾਧੇ ਲਈ ਸਹਾਈ ਹੈ। ਪਾਚਨ ਸ਼ਕਤੀ ਠੀਕ ਰਹਿੰਦੀ ਹੈ ਅਤੇ ਭੁੱਖ ਲੱਗਦੀ ਹੈ ਅਤੇ ਚਮੜੀ ਦੇ ਰੋਗ ਜਿਹੜੇ ਹੈਗੇ ਆ ਚਮੜੀ ਨੂੰ ਵੀ ਇਹ ਠੀਕ ਰੱਖਦੀ ਹੈ। ਅੱਗੇ ਦੋਸਤੋ ਵਿਟਾਮਿਨ ਸੀ ਦੇ ਲਾਭ ਤਾਂ ਦੋਸਤੋ ਇਹ ਜ਼ੁਕਾਮ ਹੋਣ ਤੋਂ ਰੋਕਦਾ ਹੈ। ਸਰੀਰ ਨੂੰ ਛੂਤ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ। ਦੰਦਾਂ ਤੇ ਮਸੋੜਿਆਂ ਨੂੰ ਮਜ਼ਬੂਤ ਕਰਦਾ ਹੈ। ਜ਼ਖਮਾਂ ਤੇ ਛੇਤੀ ਭਰਨ ਤੇ ਟੁੱਟੀਆਂ ਹੱਡੀਆਂ ਨੂੰ ਠੀਕ ਕਰਨ ਵਿੱਚ ਸਹਾਈ ਹੁੰਦਾ ਹੈ। ਵਿਟਾਮਿਨ ਡੀ ਤਾਂ ਦੋਸਤੋ ਵਿਟਾਮਿਨ ਡੀ ਦੇ ਲਾਭ ਕੀ ਨੇ? ਇਹ ਹੱਡੀਆਂ ਨੂੰ ਮਜ਼ਬੂਤ ਹੋ ਜਾਂਦੀਆਂ ਹਨ। ਵਿਟਾਮਿਨ ਈ ਦੇ ਨਾਲ ਦੋਸਤੋ ਇਹ ਜਿਹੜਾ ਹੈਗਾ ਵਾ ਉਤਪਾਦਨ ਸ਼ਕਤੀ ਨੂੰ ਵਧਾਉਂਦਾ ਹੈ। ਵਿਟਾਮਿਨ ਕੇ ਦੇ ਨਾਲ ਦੋਸਤੋ ਜਿਹੜਾ ਹੈਗਾ ਇਹ ਲਹੂ ਜਮਣ ਦੀ ਕਿਰਿਆ ਲਈ ਦੋਸਤੋ ਇਹ ਬਹੁਤ ਹੀ ਜ਼ਰੂਰੀ ਹੈ। ਠੀਕ ਹੈ। ਤਾਂ ਇਹ ਵੀ ਹੋ ਗਿਆ ਆਪਣਾ ਪ੍ਰਸ਼ਨ। ਤੇ ਹੁਣ ਅਗਲਾ ਪ੍ਰਸ਼ਨ ਹੈਗਾ ਦੋਸਤੋ ਸਾਹ ਪ੍ਰਣਾਲੀ ਉੱਤੇ ਕਸਰਤ ਦੇ ਪ੍ਰਭਾਵ। ਤਾਂ ਦੋਸਤੋ ਦੇਖਦੇ ਹਾਂ ਆਨਸਰ। ਤਾਂ ਦੇਖੋ ਦੋਸਤੋ ਸਾਹ ਪ੍ਰਣਾਲੀ ਦੇ ਕਸਰਤ ਉੱਤੇ ਪ੍ਰਭਾਵ ਤਾਂ ਸਭ ਤੋਂ ਪਹਿਲਾਂ ਹੈ ਦੋਸਤੋ ਆਪਣਾ ਕਿ ਕਸਰਤ ਸਾਹ ਪ੍ਰਣਾਲੀ 'ਤੇ ਵਿਸ਼ੇਸ਼ ਪ੍ਰਭਾਵ ਪਾਉਂਦੀ ਹੈ ਜਿਸ ਦਾ ਸੰਖੇਪ ਵਰਣਨ ਇਸ ਤਰ੍ਹਾਂ ਹੈ। ਕਸਰਤ ਕਰਨ ਨਾਲ ਦੋਸਤੋ ਸਰੀਰ ਵਿੱਚ ਜਿਹੜੀ ਕਿ ਹਿਲਜੁਲ ਪੈਦਾ ਹੁੰਦੀ ਹੈ ਜਿਸ ਨਾਲ ਜ਼ਹਿਰੀਲੇ ਪਦਾਰਥ ਪਸੀਨਾ, ਮਲ ਤਿਆਗ ਅਤੇ ਪਿਸ਼ਾਬ ਦੇ ਰਸਤੇ ਵਿੱਚ ਪਿਸ਼ਾਬ ਦੇ ਰਸਤੇ ਸਰੀਰ ਵਿੱਚੋਂ ਜਿਹੜਾ ਹੈਗਾ ਬਾਹਰ ਨਿਕਲ ਜਾਂਦੇ ਹਨ। ਇਸ ਨਾਲ ਸਰੀਰ ਰੋਗਾਂ ਤੋਂ ਜਿਹੜਾ ਹੈਗਾ ਮੁਕਤ ਰਹਿੰਦਾ ਹੈ। ਕਸਰਤ ਕਰਨ ਨਾਲ ਫੇਫੜਿਆਂ ਵਿੱਚ ਹਵਾ ਭਰਨ ਦੀ ਸ਼ਕਤੀ ਸ਼ਕਤੀ ਵਿੱਚ ਵਾਧਾ ਹੁੰਦਾ ਹੈ ਜਿਸ ਦੇ ਫਲਸਰੂਪ ਫੇਫੜਿਆਂ ਵਿੱਚ ਵਧੇਰੇ ਜਿਹੜੀ ਹੈਗੀ ਲਚਕ ਆਉਂਦੀ ਹੈ। ਇਹ ਕਈ ਰੋਗਾਂ ਤੋਂ ਆਪਣੇ ਬਚੇ ਰਹਿੰਦੇ ਹਨ। ਕਸਰਤ ਕਰਨ ਨਾਲ ਦੋਸਤੋ ਸਰੀਰ ਵਿੱਚ ਖੂਨ
ਵੱਧ ਮਾਤਰਾ ਵਿੱਚ ਸਾਫ਼ ਹੁੰਦਾ ਹੈ। ਇਸ ਦੇ ਫਲਸਰੂਪ ਸਰੀਰ ਦੇ ਭਿੰਨ-ਭਿੰਨ ਸੈੱਲਾਂ ਵਿੱਚ ਸਵਾਸ ਕਿਰਿਆ ਦੁਆਰਾ ਜਿਹੜੀ ਹੈ ਖੂਨ ਵੱਧ ਮਾਤਰਾ ਪੁੱਜਦਾ ਹੈ। ਅੱਗੇ ਦੋਸਤੋ ਕਸਰਤ ਕਰਨ ਨਾਲ ਸਰੀਰ ਵਿੱਚ ਜਿਹੜਾ ਹੈਗਾ ਫਜ਼ੂਲ ਪਦਾਰਥਾਂ ਦਾ ਨਿਕਾਸ ਹੋ ਜਾਂਦਾ ਹੈ, ਜਿਸ ਨਾਲ ਸਰੀਰ ਵਿੱਚ ਕੰਮ ਕਰਨ ਦੀ ਸ਼ਕਤੀ ਵੱਧ ਪੈਦਾ ਹੁੰਦੀ ਹੈ। ਕਸਰਤ ਕਰਨ ਨਾਲ ਸਰੀਰ ਦੇ ਸਭ ਸੈੱਲਾਂ ਨੂੰ ਜਿਹੜਾ ਹੈਗਾ ਵੱਧ ਮਾਤਰਾ ਵਿੱਚ ਆਕਸੀਜਨ ਮਿਲਦੀ ਹੈ। ਇਸ ਦੇ ਫਲਸਰੂਪ ਸਰੀਰ ਨੂੰ ਤੰਦਰੁਸਤ ਅਤੇ ਸ਼ਕਤੀਸ਼ਾਲੀ ਬਣਦਾ ਹੈ। ਇਸ ਰਾਹੀਂ ਦੋਸਤੋ ਜਿਹੜਾ ਹੈਗਾ ਜ਼ੋਰ ਦਾ ਕੰਮ ਕਰਨ ਨਾਲ ਵਿਅਕਤੀ ਦੀ ਜੀਵਨ ਧਾਰਾ ਜਿਹੜੀ ਹੈਗੀ ਆ ਵੱਧ ਜਾਂਦੀ ਹੈ। ਇਸ ਰਾਹੀਂ ਦੋਸਤੋ ਵਿਕਾਸ ਤੋਂ ਵੱਧ ਜਿਹੜਾ ਹੈਗਾ ਵਾ ਵਿਕਾਸ ਵੱਧ ਤੋਂ ਵੱਧ ਕੀਤਾ ਜਾ ਸਕਦਾ ਹੈ। ਇਸ ਰਾਹੀਂ ਦੋਸਤੋ ਗੈਸਾਂ ਦੀ ਅਦਲੀ ਬਦਲੀ ਤੇਜ਼ੀ ਨਾਲ ਠੀਕ ਹੁੰਦੀ ਹੈ। ਇਸ ਰਾਹੀਂ ਸਰੀਰ ਦਾ ਮੁਕਾਬਲਾ ਕਰਨ ਦੀ ਸ਼ਕਤੀ ਵੀ ਵੱਧ ਜਾਂਦੀ ਹੈ। ਕਸਰਤ ਕਰਨ ਨਾਲ ਕਾਰਬਨ ਡਾਈਆਕਸਾਈਡ ਦੇ ਬਾਹਰ ਨਿਕਲਣ ਅਤੇ ਆਕਸੀਜਨ ਦੇ ਅੰਦਰ ਪ੍ਰਵੇਸ਼ ਕਰਨ ਦੀ ਮਾਤਰਾ ਵਿੱਚ ਵੀ ਵਾਧਾ ਹੋ ਜਾਂਦਾ ਹੈ। ਠੀਕ ਹੈ ਜੀ, ਤਾਂ ਇਸ ਦਾ ਆਨਸਰ ਇਸ ਤਰ੍ਹਾਂ ਦਾ ਹੋ ਗਿਆ। ਅੱਗੇ ਹੈ ਦੋਸਤੋ ਯੋਗ ਤੰਦਰੁਸਤੀ ਦਾ ਸਾਧਨ ਹੈ, ਵਿਆਖਿਆ ਕਰੋ। ਤਾਂ ਲਾਸਟ ਪ੍ਰਸ਼ਨ ਆਪਣਾ ਹੈ, ਚਲੋ ਕਰਦੇ ਹਾਂ ਇਸ ਨੂੰ। ਤਾਂ ਦੋਸਤੋ ਆ ਰਿਹਾ ਯੋਗ ਤੰਦਰੁਸਤੀ ਦਾ ਸਾਧਨ ਹੈ, ਇਸ ਬਾਰੇ ਜਿਹੜਾ ਹੈਗਾ ਉਹ ਆਪਣੇ ਵਿਚਾਰ ਪ੍ਰਗਟ ਕਰੋ। ਤਾਂ ਦੇਖੋ ਦੋਸਤੋ ਯੋਗ ਦਾ ਸਭ ਤੋਂ ਵੱਡਾ ਉਦੇਸ਼ ਜਿਹੜਾ ਇਹੀ ਹੈ ਕਿ ਵਿਅਕਤੀ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਦ੍ਰਿੜ ਅਤੇ ਚੇਤਨ ਵਿੱਚ ਅਤੇ ਵਿਚਾਰ ਵਿੱਚ ਜਿਹੜਾ ਹੈਗਾ ਵਾਧਾ ਕਰਨਾ। ਇਸ ਦੀਆਂ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ। ਤਾਂ ਦੋਸਤੋ ਯੋਗ ਨਾਲ ਮਨੁੱਖ ਦੀਆਂ ਜਿਹੜੀ ਹੈਗੀ ਸਰੀਰਕ ਅਤੇ ਮਾਨਸਿਕ ਬੁਨਿਆਦੀ ਸ਼ਕਤੀਆਂ ਵਿਕਸਿਤ ਹੁੰਦੀਆਂ ਹਨ। ਪ੍ਰਾਣਾਯਾਮ ਦੁਆਰਾ ਜਿਹੜਾ ਹੈਗਾ ਫੇਫੜਿਆਂ ਵਿੱਚ ਬਹੁਤ ਸਾਰੀ ਹਵਾ ਚੱਲ ਜਾਂਦੀ ਹੈ, ਜਿਸ ਨਾਲ ਦੋਸਤੋ ਫੇਫੜਿਆਂ ਦੀ ਕਸਰਤ ਹੁੰਦੀ ਹੈ। ਇਸ ਨਾਲ ਦੋਸਤੋ ਫੇਫੜਿਆਂ ਦੀ ਬਹੁਤ ਸਾਰੇ ਰੋਗਾਂ ਤੋਂ ਦੂਰ ਹੁੰਦੇ ਹਨ। ਯੋਗ ਅਭਿਆਸ ਕਰਨ ਨਾਲ ਦੋਸਤੋ ਸਰੀਰ ਪੂਰੀ ਤਰ੍ਹਾਂ ਜਿਹੜਾ ਹੈਗਾ ਸਵਸਥ ਰਹਿੰਦਾ ਹੈ। ਧੋਤੀ ਕਿਰਿਆ ਅਤੇ ਦੋਸਤੋ ਵਸਤੀ ਕਿਰਿਆ ਕ੍ਰਮਵਾਰ ਜਿਗਰ ਅਤੇ ਅੰਤੜੀਆਂ ਨੂੰ ਸਾਫ਼ ਰੱਖਦੀ ਹੈ। ਸਾਫ਼ ਸਰੀਰ ਸਦਾ ਹੀ ਨਿਰੋਗ ਰਹਿੰਦੇ ਹਨ। ਯੋਗ ਕਰਨ ਨਾਲ ਦੋਸਤੋ ਸਰੀਰ ਮਜ਼ਬੂਤ ਹੁੰਦਾ ਹੈ, ਠੀਕ ਹੈ ਜੀ, ਮਜ਼ਬੂਤ ਬਣ ਜਾਂਦਾ ਹੈ। ਯੋਗ ਅਭਿਆਸ ਕਰਨ ਨਾਲ ਦੋਸਤੋ ਸਰੀਰਕ ਅੰਗ ਲਚਕਦਾਰ ਬਣਦੇ ਹਨ, ਜਿਵੇਂ ਕਿ ਦੋਸਤੋ ਹਲ ਆਸਣ ਅਤੇ ਧੁਨਰ ਆਸਣ ਨਾਲ ਦੋਸਤੋ ਰੀੜ੍ਹ ਦੀ ਹੱਡੀ ਵਿੱਚ ਵੀ ਲਚਕ ਵੱਧਦੀ ਹੈ। ਯੋਗ ਆਸਣ ਕਾਰਨ ਦੋਸਤੋ ਸਰੀਰ ਦੀਆਂ ਸਭ ਪ੍ਰਣਾਲੀਆਂ ਠੀਕ ਤਰ੍ਹਾਂ ਕੰਮ ਕਰਨ ਲੱਗਦੀਆਂ ਹਨ। ਯੋਗ ਅਭਿਆਸ ਮਨੁੱਖ ਦੇ ਸਰੀਰ ਨੂੰ ਚੰਗੀ ਤਰ੍ਹਾਂ ਜਿਹੜਾ ਹੈਗਾ ਚੰਗੀ ਸਥਿਤੀ ਵਿੱਚ ਰੱਖਦਾ ਹੈ, ਜਿਸ ਨਾਲ ਦੋਸਤੋ ਉਸਦੇ ਜਿਹੜੇ ਹੈਗੇ ਆ ਵਿਅਕਤੀਤਵ ਵਿੱਚ ਜਿਹੜਾ ਹੈਗਾ ਨਿਖਾਰ ਆਉਂਦਾ ਹੈ। ਉਦਾਹਰਨ ਦੇ ਤੌਰ 'ਤੇ ਜਿਹੜਾ ਹੈਗਾ ਆਪਣਾ ਬਿਰਖ ਆਸਣ ਕਰਨ ਨਾਲ ਦੋਸਤੋ ਗੋਡੇ ਨਹੀਂ ਭਿੜਦੇ ਅਤੇ ਪਦਮ ਆਸਣ ਕਰਨ ਨਾਲ ਦੋਸਤੋ ਜਿਹੜਾ ਹੈਗਾ ਨਾ ਹੀ ਦੋਸਤੋ ਪੇਟ ਅੱਗੇ ਵੱਲ ਨਿਕਲਦਾ ਹੈ ਅਤੇ ਨਾ ਹੀ ਦੋਸਤੋ ਮੋਢਿਆਂ ਵਿੱਚ ਕੁੱਬਾਪਨ ਆਉਂਦਾ ਹੈ। ਯੋਗ ਆਸਣ ਕਰਨ ਨਾਲ ਦੋਸਤੋ ਜਿਹੜਾ ਹੈਗਾ ਮਾਨਸਿਕ ਅਨੁਸ਼ਾਸਨ ਆਉਂਦਾ ਹੈ। ਯਮ ਅਤੇ ਦੋਸਤੋ ਨਿਯਮ ਦੁਆਰਾ ਮਨੁੱਖੀ ਵਿਕਾਰਾਂ ਅਤੇ ਦੋਸਤੋ ਆਪਣਾ ਅਨੁਚਿਤ ਇੱਛਾਵਾਂ 'ਤੇ ਕੰਟਰੋਲ ਸਥਾਪਿਤ ਕਰਨ ਦੀ ਸ਼ਕਤੀ ਮਿਲਦੀ ਹੈ। ਉਚਿਤ ਆਸਣ ਕਰਨ ਨਾਲ ਦੋਸਤੋ ਜਿਹੜਾ ਹੈਗਾ ਕਈ ਕਿਸਮ ਦੇ ਰੋਗ ਦੂਰ ਹੋ ਜਾਂਦੇ ਹਨ ਅਤੇ ਕਈ ਰੋਗਾਂ ਦੀ ਰੋਕਥਾਮ ਹੋ ਜਾਂਦੀ ਹੈ। ਵਜਰ ਆਸਣ ਅਤੇ ਆਪਣਾ ਦੋਸਤੋ ਮਤੀਸੀਆ ਅੰਦਰਾ, ਠੀਕ ਹੈ ਜੀ, ਸ਼ੂਗਰ ਰੋਗ ਨੂੰ ਠੀਕ ਕਰਦੇ ਹਨ। ਇਸ ਤਰ੍ਹਾਂ ਦੋਸਤੋ ਪ੍ਰਾਣਾਯਾਮ ਫੇਫੜਿਆਂ ਨੂੰ ਰੋਗ ਨਹੀਂ ਲੱਗਣ ਦਿੰਦਾ, ਠੀਕ ਹੈ ਜੀ। ਅਤੇ ਅੱਗੇ ਹੈ ਦੋਸਤੋ ਆਪਣਾ ਇਸ ਦੇ ਨਾਲ ਹੀ ਆ 9ਵਾਂ ਪੁਆਇੰਟ ਆ ਕਿ ਯੋਗ ਆਸਣ ਸਰੀਰਕ ਅਤੇ ਮਾਨਸਿਕ ਥਕਾਵਟ ਨੂੰ ਦੂਰ ਕਰਨ ਵਿੱਚ ਸਹਾਇਤਾ ਕਰਦੇ ਹਨ। ਸਭ ਆਸਣ ਮਨੁੱਖ ਦੀ ਥਕਾਵਟ ਨੂੰ ਦੂਰ ਕਰਨ ਵਿੱਚ ਸਹਾਇਤਾ ਕਰਦੇ ਹਨ। ਯੋਗ ਕਰਨ ਨਾਲ ਬੁੱਧੀ ਜਿਹੜੀ ਹੈਗੀ ਤੇਜ਼ ਹੁੰਦੀ ਹੈ, ਯਾਦ ਸ਼ਕਤੀ ਵੀ ਜਿਹੜੀ ਹੈਗੀ ਆ ਵੱਧਦੀ ਹੈ। ਇਸ ਲਈ ਦੋਸਤੋ ਸ਼ੀਰਸ਼ ਆਸਣ ਬਹੁਤ ਹੀ ਉਪਯੋਗੀ ਹੈ, ਠੀਕ ਹੈ ਜੀ। ਤਾਂ ਯੋਗ ਜਿਹੜਾ ਹੈਗਾ ਅਭਿਆਸ ਕਰਨ ਨਾਲ ਦੋਸਤੋ ਮਨੁੱਖ ਦੇ ਸਰੀਰ ਵਿੱਚ ਜਿਹੜਾ ਹੈਗਾ ਤਾਲ ਰਿਦਮ ਆ ਜਾਂਦਾ ਹੈ। ਇਸ ਨਾਲ ਸਰੀਰ ਦੀ ਸ਼ਕਤੀ ਸੰਜਮ ਨਾਲ ਜਿਹੜੀ ਹੈਗੀ ਖਰਚ ਹੁੰਦੀ ਹੈ। ਯੋਗ ਆਸਣ ਸੰਤੁਲਨ ਅਤੇ ਪ੍ਰਸੰਨਤਾ ਜਿਹੜੀ ਹੈ ਪ੍ਰਸੰਨਤਾ ਪ੍ਰਾਪਤੀ ਦਾ ਦੋਸਤੋ ਸਰਵੋਤਮ ਆਸਣ ਹੈ, ਠੀਕ ਹੈ ਜੀ। ਤਾਂ ਦੋਸਤੋ ਇੱਥੇ ਹੀ ਆਪਣਾ ਇਹ ਜਿਹੜਾ ਹੈਗਾ ਪੇਪਰ ਪੂਰਾ ਇਹ ਖਤਮ ਹੋ ਗਿਆ, ਜੋ ਕਿ ਅਸੀਂ ਸੋਲਵ ਕਰ ਲਿਆ ਸੀਗਾ, ਠੀਕ ਹੈ ਜੀ। ਦੋਨੋਂ ਹੀ ਇਹ ਪ੍ਰਸ਼ਨ ਪੱਤਰ ਜੋ ਕਿ ਦੋਸਤੋ ਸਰੀਰਕ ਸਿੱਖਿਆ 10ਵੀਂ ਕਲਾਸ ਵਾਲੇ ਦਾ ਸੀਗਾ, ਠੀਕ ਹੈ ਜੀ। ਇੱਕ ਤਾਂ ਇਹ ਪਿਛਲੀ ਵਾਰ ਦਾ ਸੀਗਾ ਪ੍ਰੀ ਬੋਰਡ ਪੇਪਰ ਜਿਹੜੇ ਪਿਛਲੀ ਵਾਰ ਹੋਏ ਸੀਗਾ 9 ਦਾ ਪੇਪਰ ਆ, ਅਤੇ ਆਹ ਦੋਸਤੋ ਜਿਹੜਾ ਹੈਗਾ ਵਾ ਇੱਕ ਜਿਹੜਾ ਉੱਪਰ ਵਾਲਾ ਸੋਲਵ ਕੀਤਾ ਤਾਂ ਇਹ ਦੋਸਤੋ ਮਤਲਬ ਪਿਛਲੀ ਵਾਰ ਦਾ ਹੀ ਆ ਪੁਰਾਣੇ ਪੈਟਰਨ ਦੇ ਅਕੋਰਡਿੰਗ, ਠੀਕ ਹੈ। 20 ਨੰਬਰ ਦਾ ਇਹ ਪੇਪਰ ਸੀਗਾ, ਠੀਕ ਹੈ। ਬਾਕੀ ਹੁਣ ਜਿਹੜਾ ਨਵਾਂ ਪੈਟਰਨ ਆ ਉਹ ਹਜੇ 2-3 ਮਹੀਨੇ ਪਹਿਲਾਂ ਹੀ ਆਇਆ ਵਾ ਨਵਾਂ ਪੈਟਰਨ, ਠੀਕ ਹੈ ਜੀ। ਪੰਜਾਬ ਬੋਰਡ ਨੇ ਚੇਂਜ ਕਰਤਾ ਸੀਗਾ, ਤਾਂ ਹਜੇ ਕੋਈ ਸੈਂਪਲ ਪੇਪਰ ਉਹਨਾਂ ਦਾ ਨਹੀਂ ਹੈ ਸੀਗਾ। ਅਸੀਂ ਇਸ ਲਈ ਪਿਛਲੇ ਵਾਰ ਦੀ ਹੀ ਤੁਹਾਨੂੰ ਤਿਆਰੀ ਕਰਾ ਦਿੱਤੀ ਆ, ਐਜ਼ ਅ ਇੰਪੋਰਟੈਂਟ ਕੁਐਸਚਨ ਮੰਨ ਕੇ ਇਸ ਦੀ ਤਿਆਰੀ ਕਰ ਲਓ, ਠੀਕ ਹੈ ਜੀ। ਹੁਣ ਜਿਹੜਾ ਪੇਪਰ ਆਏਗਾ ਤੁਹਾਨੂੰ ਕੱਲ੍ਹ ਉਹ 50 ਨੰਬਰ ਦਾ ਪੇਪਰ ਆਏਗਾ, ਠੀਕ ਹੈ। ਤਾਂ ਦੋਸਤੋ ਇਹੀ ਸੀਗਾ, ਬਾਕੀ ਕਾਫੀ ਜ਼ਿਆਦਾ ਇਹ ਇੰਪੋਰਟੈਂਟ ਕੁਐਸਚਨ ਆਨਸਰ ਨੇ, ਕਿਉਂਕਿ ਆਹ ਬੋਰਡ ਦਾ ਜਿਹੜਾ ਹੈਗਾ ਬੋਰਡ ਵੱਲੋਂ ਹੀ ਤਿਆਰ ਕੀਤੇ ਹੋਏ ਪ੍ਰਸ਼ਨ ਨੇ, ਅਤੇ ਪ੍ਰੀ ਬੋਰਡ ਦਾ ਵੀ ਜਿਹੜਾ ਹੈਗਾ ਉਹ ਪਿਛਲੀ ਵਾਰ ਜਿਹੜੇ ਸੀਗੇ ਇਹ ਮਤਲਬ ਕਾਫੀ ਇੰਪੋਰਟੈਂਟ ਕੁਐਸਚਨ ਆਨਸਰ ਹੈਗੇ ਨੇ, ਠੀਕ ਹੈ ਜੀ। ਤਾਂ ਤੁਸੀਂ ਇਹਨਾਂ ਦੀ ਤਿਆਰੀ ਕਰ ਸਕਦੇ ਹੋ ਐਜ਼ ਅ ਇੰਪੋਰਟੈਂਟ ਕੁਐਸਚਨ। ਤਾਂ ਦੋਸਤੋ ਬਸ ਇਹੀ ਸੀਗਾ। ਬਾਕੀ ਅਗਰ ਤੁਹਾਡੀ ਕੋਈ ਕੁਐਰੀ ਹੈ ਤੁਸੀਂ ਮੈਨੂੰ ਇੰਸਟਾ 'ਤੇ ਮੈਸੇਜ ਕਰ ਸਕਦੇ ਹੋ। ਇੰਸਟਾ ਆਈਡੀ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਵਾ, ਠੀਕ ਹੈ ਜੀ। ਓਕੇ ਦੋਸਤੋ, ਚਲੋ ਠੀਕ ਹੈ ਜੀ।